गुरु नानक पाद पंकज बंदन पाद पंकज बंदन सिमरौ अंगद दोख निकंदन अमरदास गुरु हृदय नित ध्यानो हृदय नित ध्यानो श्री गुरु रामदास गुण गावो श्री अर्जुन विघ्नन के नाशक विघ्नन के नाशक श्री हर गोविंद शुभ सुमत प्रकाशक श्री हर राय नमो कर जोरी नमो कर जोरी श्री हर कृष्ण मनाए बहोरी गुरु तेग बहादुर परम कृपाला परम कृपाला श्री गुरु गोविंद सिंह विशाला जिसमें अमृत ज्ञान है माणक भगत बैराग श्री गुरु ग्रंथ साहिब उदद बंदों कर अनुराग कहाँ बुद्ध प्रभु तुझ हमारी वर्ण सकह महिमा जो तिहारी हम ना सकत कर सिफत तुम्हारी आप ले हो तुम कथा सुधारी सो कहो टल गुर सेविया अहनिस सहज सुभाई दर्शन परसे गुरु कै जन्म मरण दुख जाए सतनाम श्री वाहिगुरु साहिब जी दोहरा सोच पवित्र सब दिवस में संत सार मुख जाप नाम प्रताप ते काज सर नाम प्रताप ते काज सर सोने अरदास कलाप दोहरा सोच पवित्र सब दिवस में संत सार मुख जाप वाहिगुरु जी का खालसा वाहिगुरु जी की फतेह। परम सत्कारयोग जुगो जुग अटल गुरता गदी ते सुभाएमान दसां पातशाहियां दी आत्मक जोत बाणी गुरु शब्द गुरु धन धन साहिब श्री गुरु ग्रंथ साहिब सतगुरु सच्चे पातशाह जी दी पावन पवित्र हजूरी अंदर बड़े ही प्यार अदब सत्कार श्रद्धा भावना दे सहित संध्या दे दीवान विच शहीदां ਸਿੰਘਾਂ ਦੇ ਅਸਥਾਨ गुरुद्वारा साहिब
ਨਗਰ ਤਲਣ ਜਲੰਧਰ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅੱਜ ਸਤਿਕਾਰਯੋਗ ਸ਼ਹੀਦ ਬਾਬਾ ਨਿਹਾਲ ਸਿੰਘ ਜੀ, ਤਿਨਾਂ ਦੇ ਪਰਮ ਸੇਵਕ ਪਰਮ ਪਿਆਰੇ ਸਾਥੀ ਮਹਾਂਪੁਰਖ ਸੰਤ ਬਾਬਾ ਹਰਨਾਮ ਸਿੰਘ ਜੀ ਦੇ ਪਵਿੱਤਰ ਤਪ ਅਸਥਾਨ ਦੇ ਉੱਤੇ, ਜਿਸ ਜਗ੍ਹਾ ਉੱਤੇ ਮਹਾਂਪੁਰਖਾਂ ਨੇ ਵਰ੍ਹਿਆਂ ਬੱਧੀ ਟਿਕ ਕਰਕੇ ਮਹਾਨ ਘਾਲਣਾ ਘਾਲੀ ਜੰਗਲਾਂ ਵਿੱਚ ਮੰਗਲ ਲਾਏ, ਉਸ ਅਸਥਾਨ ਦੇ ਉੱਤੇ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕਰਨ ਤੋਂ ਉਪਰੰਤ ਆਪਾਂ ਨੂੰ ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਗੁਰ ਇਤਿਹਾਸ ਦੀ ਲੜੀਵਾਰ ਕਥਾ ਸਰਵਣ ਕਰਨ ਦਾ ਸਮਾਂ ਪ੍ਰਾਪਤ ਹੋ ਰਿਹਾ ਹੈ। ਸੱਚੇ ਪਾਤਸ਼ਾਹ ਜੀ ਦੀ ਮਿਹਰ ਦਾ ਸਦਕਾ ਚੂੜਾਮਣੀ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੀ ਕਲਮ ਦੁਆਰਾ ਕਲਮਬੱਧ ਕੀਤਾ ਹੋਇਆ ਸਤਿਗੁਰਾਂ ਦਾ ਵਿਸਥਾਰਤ ਇਤਿਹਾਸ, ਜਿਹਦੇ ਵਿੱਚੋਂ ਪੰਜਵੀਂ ਰੁੱਤ ਦੇ 14ਵੇਂ ਅੰਸ਼ੂ ਦੀ ਕਥਾ ਆਪਾਂ ਸਰਵਣ ਕਰ ਰਹੇ ਹਾਂ। ਪਿੱਛੇ 12ਵਾਂ 13ਵਾਂ ਅਤੇ ਇਹ 14ਵਾਂ ਜਿਹੜਾ ਅੰਸ਼ੂ ਜਾਂ ਅਧਿਆਏ ਜਿਹੜਾ ਚੱਲ ਰਿਹਾ ਹੈ, ਇਹਦੇ ਵਿੱਚ ਆਪਾਂ ਸਰਵਣ ਕਰ ਰਹੇ ਸੀ ਕਿ ਸ਼੍ਰੀ ਅਨੰਦਪੁਰ ਸਾਹਿਬ ਤੋਂ ਕਰੀਬ 1200-1300 ਮੀਲ ਦੂਰ ਉਜੈਨਪੁਰੀ ਨਗਰ ਤੋਂ ਗੁਰੂ ਘਰ ਦੇ ਸ਼ਰਧਾਲੂ ਭਾਈ ਵਿਸ਼ੰਬਰ ਦਾਸ ਦਾ ਪੁੱਤਰ ਸਤਿਗੁਰੂ ਜੀ ਦੇ ਦੀਦਾਰਿਆਂ ਹਿੱਤ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਆਇਆ। ਆਪਣੇ ਪਿਤਾ ਜੀ ਦਾ ਪ੍ਰੇਰਿਆ ਹੋਇਆ, ਪਿਤਾ ਜੀ ਦੀ ਪ੍ਰੇਰਨਾ ਨੂੰ, ਪਿਤਾ ਦੇ ਹੁਕਮ ਨੂੰ ਮੰਨ ਕੇ ਇਹ ਪਹੁੰਚ ਤਾਂ ਗਿਆ, ਪਰ ਮਨ ਦੇ ਵਿੱਚ ਗੁਰੂ ਪ੍ਰਤੀ ਸ਼ਰਧਾ ਭਾਵਨਾ ਨਹੀਂ ਸੀ। ਗੁਰੂ ਨੂੰ ਪਰਖਣਾ ਚਾਹੁੰਦਾ ਸੀ, ਪਰ ਆਪਣੀ ਸੋਚ ਦੀ ਕਸਵੱਟੀ ਦੇ ਉੱਤੇ ਗੁਰੂ ਕੀ ਮਹਿਮਾ ਵੇਖ ਕੇ, ਗੁਰੂ ਕੀਆਂ ਵਡਿਆਈਆਂ ਵੇਖ ਕੇ, ਗੁਰੂ ਕੇ ਕੌਤਕ ਵੇਖ ਕੇ ਇਹਦੇ ਮਨ ਦੇ ਵਿੱਚ ਕੁਝ ਕੁ ਸ਼ੰਕਾ ਉਤਪੰਨ ਹੋਇਆ, ਕਿਉਂਕਿ ਇਹ ਥੋੜ੍ਹੇ ਜਿਹੇ ਵੈਸ਼ਨੋ ਮਤ ਵੱਲ ਇਹਦਾ ਬਹੁਤਾ ਜ਼ਿਆਦਾ ਝੁਕਾਅ ਸੀ ਹਰਗੋਪਾਲ ਦਾ। ਤੇ ਇਹ ਬਾਣੀਆਂ ਜਿਸ ਵੇਲੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਪਹੁੰਚਦਾ ਹੈ, ਸਤਿਗੁਰੂ ਜੀ ਸ਼ਿਕਾਰ ਦੇ ਬਹਾਨੇ ਜੀਵਾਂ ਨੂੰ ਤਾਰ ਕੇ ਆ ਰਹੇ ਹੈ। ਖਿਆਲ ਕਰਿਓ, ਸਤਿਗੁਰੂ ਮਾਰਦੇ ਨਹੀਂ, ਸਤਿਗੁਰੂ ਜੀ ਤਾਰਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ਿਕਾਰ ਦੇ ਬਹਾਨੇ ਜੀਵਾਂ ਦੀ ਕਲਿਆਣ ਕਰਕੇ ਵਾਪਸ ਆਏ ਤੇ ਆਪਣੇ ਬਾਜ਼ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਇੱਕ ਹੋਰ ਪੰਛੀ ਦਾ ਮਾਸ, ਉਹਦੀ ਬੋਟੀ ਛਕਾ ਰਹੇ ਹੈ। ਸੰਗਤਾਂ ਦਾ ਸ਼ੰਕਾ ਨਿਵਰਤ ਕਰਨ ਹਿੱਤ ਔਰ ਇਹ ਹਰਗੋਪਾਲ ਦੇ ਮਨ ਦੀ ਜਾਣ ਕੇ ਕਿ ਕਿਤੇ ਦੀ ਸ਼ਰਧਾ ਦੇ ਵਿੱਚ ਕੋਈ ਸ਼ੰਕਾ ਨਾ ਆ ਜਾਵੇ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਰਾ ਪ੍ਰਸੰਗ ਖੋਲ੍ਹ ਕੇ ਵੀ ਸੁਣਾਇਆ, ਇਹਦੇ ਪਿਛਲਾ ਕਾਰਨ ਵੀ ਦੱਸਿਆ। ਕਿਉਂਕਿ ਗੁਰੂ ਪਿਆਰਿਓ, ਜਿੱਥੇ ਸ਼ਰਧਾ ਬਣੀ ਹੋਵੇ, ਸ਼ਰਧਾ ਦੇ ਵਿੱਚ ਸ਼ੰਕੇ ਦਾ ਇੱਕ ਰਿਣ ਮਾਤਰ, ਇੱਕ ਕਿਣਕਾ ਮਾਤਰ ਹੀ ਬਹੁਤ ਹੁੰਦਾ ਸ਼ਰਧਾ ਨੂੰ ਟੁੱਟਣ ਦੇ ਵਾਸਤੇ। ਕਿਉਂਕਿ ਸਾਡਾ ਮਨੁੱਖੀ ਮਨ ਹੈ ਹੀ ਇਸ ਤਰ੍ਹਾਂ ਦਾ, ਇਹ ਚੰਗੇ ਪਾਸੇ ਵੱਲ, ਚੰਗੀ ਗੱਲ ਨੂੰ ਮੰਨਣ ਦੇ ਲਈ ਬਹੁਤ ਦੇਰੀ ਲਾਉਂਦਾ ਹੈ, ਪਰ ਜਦੋਂ ਮਾੜੇ ਪਾਸੇ ਵੱਲ ਜਾਣਾ ਹੋਵੇ, ਚੰਗੇ ਪਾਸਿਓਂ ਟੁੱਟਣਾ ਹੋਵੇ ਤੇ ਫਿਰ ਪਲ ਵੀ ਨਹੀਂ ਲਾਉਂਦਾ। ਇਹ ਹਰਗੋਪਾਲ ਦੇ ਮਨ ਵਿੱਚ ਸ਼ੰਕਾ ਹੋਇਆ ਕਿ ਗੁਰੂ ਤਾਂ ਹਿੰਸਾਵਾਦੀ ਹੈ, ਗੁਰੂ ਤਾਂ ਹਿੰਸਕ ਹੈ, ਜੀਵਾਂ ਦਾ ਘਾਤ ਕਰਦੇ ਹੈ,
ਗੁਰੂ ਨੂੰ ਤਾਂ ਵੈਸ਼ਨੋ ਹੋਣਾ ਚਾਹੀਦਾ ਹੈ, ਮਾਸ ਆਦਿਕ ਤੋਂ ਬਹੁਤ ਦੂਰ ਰਹਿਣਾ ਚਾਹੀਦਾ ਹੈ। ਮਨ ਵਿੱਚ ਸ਼ੰਕਾ ਉਤਪੰਨ ਹੋ ਗਿਆ, ਮਤਾ ਇਹ ਸਤਿਗੁਰੂ ਸ਼ਾਇਦ ਆਪ ਹੀ ਨਾ ਛਕਦੇ ਹੋਣ। ਤਾਂ ਗੁਰੂ ਪਿਆਰਿਓ, ਸਤਿਗੁਰੂ ਜੀ ਨੇ ਉਹਦਾ ਸ਼ੰਕਾ ਨਿਵਰਤ ਕਰਨ ਵਾਸਤੇ ਤੇ ਹੋਰਨਾਂ ਸਿੱਖ ਸੰਗਤਾਂ ਨੂੰ ਇਹ ਸਮਝਾਉਣ ਦੇ ਹਿੱਤ ਇਹ ਸਾਰੀ ਵਾਰਤਾ ਦੱਸੀ ਕਿ ਪਿਛਲੇ ਜਨਮ ਦੇ ਵਿੱਚ ਇਹ ਜਿਹੜਾ ਪੰਛੀ ਹੈ, ਜਿਹਦਾ ਮਾਸ ਇਹ ਬਾਜ ਨੂੰ ਛਕਾ ਰਹੇ ਹੈ, ਇਹ ਇੱਕ ਚੋਰ ਸੀ। ਤੇ ਇਹ ਜਿਹੜਾ ਬਾਜ ਹੈ ਇਹ ਸੀ ਰਾਜਾ। ਇਹ ਰਾਜੇ ਦੇ ਦਰਬਾਰ ਦੇ ਵਿੱਚ ਜਿਹੜੀ ਚੋਰੀ ਇਹ ਚੋਰ ਨੇ ਕੀਤੀ, ਇਹਨੂੰ ਮਨਾਉਣ ਦੇ ਵਾਸਤੇ ਬੜੀ ਤਰ੍ਹਾਂ ਉਹਨੇ ਪੁੱਛ ਪ੍ਰਤੀਤ ਕੀਤੀ, ਇਹਦੀ ਇਨਕੁਆਇਰੀ ਕੀਤੀ, ਇਹਦੀ ਇਨਵੈਸਟੀਗੇਸ਼ਨ ਕੀਤੀ, ਪਰ ਇਹ ਮੰਨਿਆ ਨਾ। ਤੇ ਅੰਤ ਗੱਲ ਇੱਥੇ ਪਹੁੰਚ ਗਈ, ਕਹਿੰਦਾ ਮੈਂ ਸਹੁੰ ਖਾ ਜਾਂਦਾ ਹਾਂ। ਉਸ ਵੇਲੇ ਅਸੀਂ ਦੁਸ਼ਟ ਦਮਨ ਦੇ ਰੂਪ ਵਿੱਚ ਸਾਂ ਤੇ ਇਹਨਾਂ ਨੇ, ਇਸ ਚੋਰ ਨੇ ਸਹੁੰ ਖਾਧੀ ਤੇ ਇਹ ਰਾਜੇ ਨੇ ਸਹੁੰ ਖਵਾਈ, ਕਸਮ ਚੁਕਾਈ। ਤੇ ਉਹ ਜਿਹੜੀ ਇਹਦੀ ਦਿੱਤੀ ਹੋਈ ਕਸਮ, ਇਹਦੇ ਦੁਆਰਾ ਲਈ ਗਈ ਕਸਮ ਦੇ ਵਿੱਚ ਜਾਮਣ ਅਸੀਂ ਬਣ ਗਏ ਸੀ। ਤੇ ਇਹਨਾਂ ਦੇ ਕਈ ਜਨਮ ਹੋਏ, ਕਈਆਂ ਜਨਮਾਂ ਤੋਂ ਬਾਅਦ ਇਹਨਾਂ ਨੇ ਹਲੇ ਅਗਾਂਹ ਹੋਰ ਜਨਮ ਵੀ ਭੋਗਣੇ ਸਨ। ਪਰ ਸਤਿਗੁਰੂ ਕਹਿੰਦੇ, ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਇਹਨਾਂ ਉੱਤੇ ਕਿਰਪਾ ਐਸੀ ਹੋਈ, ਅੱਜ ਅਸੀਂ ਜੰਗਲ ਵਿੱਚ ਗਏ, ਇਹ ਸਾਨੂੰ ਅਗਾਂਹ ਮਿਲੇ ਤੇ ਇਸ ਪੰਛੀ ਦਾ ਅਸੀਂ ਸ਼ਿਕਾਰ ਕੀਤਾ ਤੇ ਇਹਦਾ ਮਾਸ, ਇਹਨੂੰ ਹੁਣ ਤੋੜ ਕੇ ਬਾਜ ਨੂੰ ਛਕਾ ਰਹੇ ਆ, ਖਵਾ ਰਹੇ ਆ, ਤਾਂ ਕਿ ਇਹਨਾਂ ਦਾ ਜਿਹੜਾ ਪਿਛਲਾ ਹਿਸਾਬ ਕਿਤਾਬ ਚੁਕਤਾ ਹੋ ਜਾਵੇ। ਕਿਉਂਕਿ ਇਹ ਚੋਰ ਸੀ ਤੇ ਚੋਰ ਦੀ ਹਾਮੀ ਸਤਿਗੁਰੂ ਕਦੇ ਭਰਦੇ ਆ ਭਾਈ। ਸਤਿਗੁਰੂ ਤਾਂ ਬਾਣੀ ਵਿੱਚ ਕਹਿੰਦੇ ਐ, ਚੋਰ ਕੀ ਹਾਮਾ ਭਰੈ ਨਾ ਕੋਏ, ਚੋਰ ਕੀਆ ਚੰਗਾ ਕਿਉ ਹੋਏ। ਚੋਰੀ ਕਰਨ ਵਾਲਾ ਕਿਵੇਂ ਚੰਗਾ ਹੋ ਸਕਦਾ? ਕੌਣ ਹਾਮੀ ਭਰੇ? ਪਰਾਇਆ ਹੱਕ ਲੁੱਟਣਾ, ਮਾਰਨਾ, ਖੋਹਣਾ, ਚੋਰੀ ਕਰਨਾ, ਚੁਰਾ ਲੈਣਾ, ਹਿਰ ਲੈਣਾ। ਸਤਿਗੁਰ ਸੱਚੇ ਪਾਤਸ਼ਾਹ ਤਾਂ ਕਹਿੰਦੇ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾ ਭਰੇ, ਜਾ ਮੁਰਦਾਰ ਨਾ ਖਾਏ। ਗੁਰੂ ਪੀਰ ਹਾਮੀ ਕਿਵੇਂ ਭਰੇਗਾ ਜਦੋਂ ਇਹ ਮੁਰਦਾਰ ਖਾਣ ਤੇ ਤੁਲਿਆ ਹੋਇਆ ਸੀ? ਪਰ ਗੁਰੂ ਨਾਨਕ ਸਾਹਿਬ ਦੇ ਘਰ ਦੀ ਬਖਸ਼ਿਸ਼ ਹੋਈ, ਅਸੀਂ ਇਹਨਾਂ ਦਾ ਪਿਛਲਾ ਹਿਸਾਬ ਕਿਤਾਬ ਚੁਕਤਾ ਕਰ ਦਿੱਤਾ, ਉਧਾਰ ਕਰ ਦਿੱਤਾ ਇਹਨਾਂ ਦੋਵਾਂ ਦਾ। ਤੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਇਸ ਕੌਤਕ ਨੂੰ ਵੇਖ ਕੇ, ਸਤਿਗੁਰੂ ਜੀ ਦੇ ਸੁਭਾਏਮਾਨ ਮੁਖਾਰਬਿੰਦ ਤੋਂ ਸੁਣ ਕੇ ਹਰਗੋਪਾਲ ਦੇ ਮਨ ਵਿੱਚ ਕੁਝ ਸ਼ਰਧਾ ਬੱਝੀ। ਪਰ ਰਾਤ ਨੂੰ ਆਰਾਮ ਕਰਨ ਵੇਲੇ ਉਸਲਵੱਟੇ ਲੈਂਦਾ ਹੈ, ਬਿਸਤਰੇ ਦੇ ਉੱਤੇ ਪਿਆ ਹੋਇਆ ਇਹਨਾਂ ਸੋਚਾਂ ਦੇ ਵਿੱਚ ਹੀ ਸੋਚਦਾ ਹੈ ਕਿ ਸਤਿਗੁਰੂ ਉਹਨਾਂ ਨੂੰ ਸ਼ਿਕਾਰ ਨਹੀਂ ਕਰਨਾ ਚਾਹੀਦਾ। ਹਾਲਾਂਕਿ ਸਤਿਗੁਰੂ ਨੇ ਦੱਸ ਵੀ ਦਿੱਤਾ ਕਿ ਉਹਨਾਂ ਨੂੰ ਮਾਰਿਆ ਨਹੀਂ ਭਾਈ, ਤਾਰਿਆ ਹੈ। ਪਰ ਸ਼ੰਕਾਵਾਦੀ ਮਨ ਕਿੱਥੇ ਸਮਝਦੇ ਆ? ਅੱਜ ਵੀ ਆਪਾਂ ਵੇਖਦੇ ਹੀ ਹੈ, ਪੂਰੀ ਦੁਨੀਆ ਦੇ ਵਿੱਚ ਜਿਹੜਾ ਸ਼ੰਕਾਵਾਦੀ ਹੈ, ਤਰਕਵਾਦੀ ਹੈ, ਉਹਦੇ ਅੱਗੇ ਤੁਸੀਂ ਦਲੀਲਾਂ ਦੇ ਟੋਕਰੇ ਭਰ ਭਰ ਕੇ ਰੱਖ ਦਿਓ, ਕੀ ਉਹ ਕਦੇ ਮੰਨੇਗਾ? ਕਦੇ ਵੀ ਨਹੀਂ ਮੰਨੇਗਾ। ਇਸੇ ਤਰ੍ਹਾਂ ਜਿਹੜੇ ਪੂਰੇ ਗੁਰੂ ਦੇ ਨਾਲ ਜੁੜੇ ਹੋਏ ਆ, ਉਹਨਾਂ ਦੇ ਅੱਗੇ ਤੁਸੀਂ ਤਰਕ ਦੇ ਜਿੰਨੇ ਮਰਜ਼ੀ ਟੋਕਰੇ ਲਿਆ ਕੇ ਧਰੀ ਜਾਓ, ਜਿੰਨਾ ਮਰਜ਼ੀ ਤੋੜਨ ਦਾ ਯਤਨ ਕਰੋ, ਕਿ ਉਹ ਕਦੇ ਟੁੱਟਣਗੇ? ਰੱਤੇ ਸੇਈ ਜੇ ਮੁਖ ਨਾ ਮੁੜਨ, ਜਿੰਨੀ ਸੰਜਾਤਾ ਸਾਈ, ਝੜ ਝੜ ਪਵਦੇ ਕੱਚੇ ਬਿਰਹੀ, ਜਿੰਨਾ ਕਾਰ ਨਾ ਆਈ। ਜਿਹੜੇ ਕੱਚੇ ਹੁੰਦੇ ਆ ਉਹ ਝੜ ਜਾਂਦੇ ਆ। ਕੱਚਾ ਸੀ ਮਨ ਵਿਸ਼ੰਬਰ ਦਾਸ ਦੇ ਪੁੱਤਰ ਹਰਗੋਪਾਲ ਦਾ, ਇਸ ਕਰਕੇ ਇਹਦੇ ਮਨ ਵਿੱਚ ਸ਼ੰਕਾ ਹੋਈ। ਦੂਸਰੇ ਦਿਨ ਫਿਰ ਸਤਿਗੁਰ ਦੇ ਚਰਨਾਂ ਵਿੱਚ ਸੁੰਦਰ ਦੀਵਾਨ ਦੇ ਵਿੱਚ ਪਹੁੰਚਿਆ। ਇੰਨੇ ਨੂੰ ਸਤਿਗੁਰੂ ਜੀ ਦਾ ਰਸੋਈਆ ਲਾਂਗਰੀ ਸਿੰਘ ਹਜ਼ੂਰੀ ਸੇਵਕ ਪ੍ਰਸ਼ਾਦਾ ਲੈ ਕੇ ਆਇਆ। ਥਾਲ ਦੇ ਵਿੱਚ 36 ਪ੍ਰਕਾਰ ਦੇ ਜਿਹੜੇ ਭੋਜਨ ਰੱਖੇ ਹੋਏ ਹੈ, ਤੇ ਇਹਨੇ ਦੂਰੋਂ ਹੀ ਦੇਖ ਕੇ ਮਨ ਹੀ ਮਨ ਇਹ ਫੁਰਨਾ ਬਣਾ ਲਿਆ ਕਿ ਇਹਦੇ ਵਿੱਚ ਮਾਸ ਵੀ ਹੋਵੇਗਾ।
ਤੇ ਮਨ ਵਿੱਚ ਇਹ ਬੇਨਤੀਆਂ ਕਰਦਾ ਕਿ ਸਤਿਗੁਰੂ ਜੀ ਮੈਨੂੰ ਆਪਣਾ ਕਿਤੇ ਇਹ ਸ਼ੀਤ ਪ੍ਰਸ਼ਾਦ ਨਾ ਦੇ ਦੇਣ, ਮਾਸ ਵਾਲਾ ਭੋਜਨ ਨਾ ਦੇ ਦੇਣ। ਸਤਿਗੁਰੂ ਉਹਦੇ ਮਨ ਦੀ ਜਾਣ ਕੇ ਕਹਿਣ ਲੱਗੇ, ਭਾਈ ਸਿੱਖੋ, ਇਹਨੂੰ ਲੰਗਰ ਵਿੱਚੋਂ ਜਾ ਕੇ ਗੁਰੂ ਕੇ ਲੰਗਰ ਵਿੱਚੋਂ ਸਾਫ਼ ਤੇ ਸੁੱਚਾ ਭੋਜਨ ਛਕਾਓ। ਇਸ ਤਰ੍ਹਾਂ ਕਰਦਿਆਂ ਕਰਦਿਆਂ ਕਈ ਵਾਰ ਇਹਦੇ ਮਨ ਵਿੱਚ ਸ਼ਰਧਾ ਆਈ, ਕਈ ਵਾਰੀ ਸ਼ੰਕਾ ਆਇਆ। 1 ਮਹੀਨਾ ਗੁਰਦਰਬਾਰ ਦੇ ਵਿੱਚ ਰਿਹਾ। ਜਾਣ ਲੱਗਿਆ ਸਤਿਗੁਰੂ ਨੇ ਇਹਨੂੰ ਇੱਕ ਕੜਾ ਬਖਸ਼ਿਆ ਸਰਬਲੋਹ ਦਾ 4 ਤੋਲਿਆਂ ਦਾ, ਤੇ ਇਸੇ ਪ੍ਰਕਾਰ ਪਵਿੱਤਰ ਕੜਾ ਪ੍ਰਸ਼ਾਦ ਦੀ ਦੇਗ ਬਖਸ਼ਿਸ਼ ਕੀਤੀ। ਤੇ ਤੀਜਾ ਇੱਕ ਬਚਨ ਕਰ ਦਿੱਤਾ, ਭਾਉ ਦਾ ਹੁਕਮ ਦੇ ਦਿੱਤਾ, ਭਾਵਨਾ ਦਾ ਬਚਨ ਦਿੱਤਾ, ਤੇਰੀ ਭਾਵਨਾ ਗੁਰੂ ਘਰ ਤੇ ਬਣੀ ਰਹੇ। ਇਹ ਵਾਪਸ ਚੱਲਿਆ ਚਮਕੌਰ ਸਾਹਿਬ ਨਗਰ ਤੋਂ ਅੱਗੇ ਜਾ ਕੇ ਮਾਜਰੀ ਨਗਰ ਦੇ ਵਿੱਚ ਇਹਨੂੰ ਭਾਈ ਧਿਆਨ ਸਿੰਘ ਮਿਲਿਆ। ਉਹਨੇ ਪੁੱਛਿਆ, ਸਿੱਖਾ ਕਿੱਥੋਂ ਆਇਆ? ਦੱਸਿਆ, ਆਨੰਦਪੁਰ ਸਾਹਿਬ ਤੋਂ ਗੁਰੂ ਦੇ ਦਰਸ਼ਨ ਕਰਕੇ ਆਇਆ। ਨਾਲ ਹੀ ਮਨ ਦਾ ਸ਼ੰਕਾ ਸੀ ਜਿਹੜਾ ਉਹ ਵੀ ਦੱਸ ਦਿੱਤਾ ਕਿ ਪਹਿਲਾਂ ਮੇਰਾ ਪਿਤਾ ਗੁਰੂ ਧਾਰਨ ਕਰਕੇ ਗਿਆ ਸੀ, ਇਹਨਾਂ ਨੂੰ ਚਰਨ ਪਾਹੁਲ ਲੈ ਕੇ 100 ਰੁਪਈਆ ਮੱਥਾ ਟੇਕ ਗਿਆ ਸੀ। ਹੁਣ ਮੈਂ ਆਇਆ 500 ਰੁਪਈਆ ਮੱਥਾ ਟੇਕਿਆ, ਪਰ ਮੇਰਾ ਮਨ ਨਹੀਂ ਮੰਨਿਆ ਕਿ ਇਹ ਪੂਰਾ ਗੁਰੂ ਹੈ। ਤੇ ਉੱਤੋਂ ਦੇਖੋ 600 ਰੁਪਈਆ ਗੁਰੂ ਨੇ ਸਾਡੇ ਤੋਂ ਠੱਗ ਲਿਆ। ਦਿੱਤਾ ਕੀ ਹੈ? ਕਹਿੰਦੇ ਥੋੜਾ ਜਿਹਾ ਕੜਾਹ ਪ੍ਰਸ਼ਾਦ ਦੇਤਾ, ਇੱਕ ਆ ਛੋਟਾ ਜਿਹਾ ਕੜਾ ਜਿਹਾ ਦੇਤਾ ਮੈਨੂੰ ਸਰਬਲੋਹ ਦਾ ਲੋਹੇ ਦਾ, ਤੇ ਇੱਕ ਆ ਬਚਨ ਕਰ ਦਿੱਤਾ ਵੀ ਦੱਸ ਇਹਦੇ ਨਾਲ ਸਾਡਾ ਕੀ ਸਵਰੇਗਾ। ਰੁਪਈਆ 600 ਲੈ ਗਿਆ। ਤਾਂ ਭਾਈ ਧਿਆਨ ਸਿੰਘ ਨੇ ਉਸ ਵੇਲੇ ਭਾਵਨਾ ਵਿੱਚ ਆ ਕੇ ਆਖਿਆ ਕਿ ਗੁਰੂ ਦੇ ਬਚਨ ਦੀ ਕੀਮਤ ਨਹੀਂ ਹੁੰਦੀ ਸਿੱਖਾ ਕੋਈ, ਤੂੰ ਰੁਪਈਆਂ ਨਾਲ ਤੋਲ ਰਿਹਾ। ਜੇ ਬਹੁਤੀ ਗੱਲ ਹੈ ਇਹ ਰੁਪਈਏ ਤੈਨੂੰ ਮੈਂ ਦੇ ਦਿੰਦਾ। ਗੁਰੂ ਕੇ ਸਿੱਖ ਨੇ ਆਪਣੇ ਘਰ ਵਾਲੀ ਦੇ ਬੱਚੀ ਦੇ ਗਹਿਣੇ ਗੱਟੇ ਸਭ ਗਹਿਣੇ ਧਰ ਕੇ ਗਿਰਵੀ ਰੱਖ ਕੇ 600 ਰੁਪਈਆ ਤੇ ਨਾਲ 5 ਰੁਪਈਏ ਹੋਰ ਵੱਧ ਵਿਆਜ ਦੇ ਦਿੱਤਾ। ਜਿਸ ਵੇਲੇ ਇਹਨੂੰ ਲਿਆ ਕੇ ਦਿੱਤਾ, ਇਹ ਬੜਾ ਖੁਸ਼ੀ ਇਹਨੇ ਸੋਚਿਆ ਮੈਂ ਸਿੱਖ ਨੂੰ ਠੱਗ ਲਿਆ, ਸਿੱਖ ਤਾਂ ਲੁੱਟਿਆ ਗਿਆ, ਇਹ ਸਿੱਖ ਨੂੰ ਤਾਂ ਅਕਲ ਹੀ ਨਹੀਂ, ਇਹ ਤਾਂ ਪਾਗਲ ਹੈ। ਹਾਲਾਂਕਿ ਮੂਰਖ ਇਹ ਨਹੀਂ ਸੋਚਦਾ ਕਿ ਸਭ ਕੁਝ ਲੁਟਾ ਕੇ ਤਾਂ ਮੈਂ ਤੁਰ ਚੱਲਿਆ। ਰਸਤੇ ਵਿੱਚ ਜਾਂਦਿਆਂ ਇਹਨੇ ਦਿੱਲੀ ਸ਼ਹਿਰ ਦੇ ਵਿੱਚੋਂ 600 ਰੁਪਈਏ ਦੇ ਰਤਨ ਖਰੀਦੇ, ਅੱਗੇ ਪਾਲੀਪੁਰ ਨਗਰ ਵਿੱਚ ਵੇਚੇ। 3000 ਰੁਪਈਆ ਕਮਾ ਕੇ ਜਿਸ ਵੇਲੇ ਘਰ ਪਹੁੰਚਿਆ, ਪਿਤਾ ਨੂੰ ਸਾਰੀ ਵਾਰਤਾ ਦੱਸੀ। ਉਹਨੇ ਮੱਥੇ ਤੇ ਹੱਥ ਮਾਰਿਆ, ਤੂੰ ਤਾਂ ਸਭ ਕੁਝ ਗਵਾ ਆਇਆ ਹੈ। ਪਰ ਇਹ ਮੰਨਦਾ ਕਿੱਥੇ ਸੀ। ਇਹਨੇ ਗੁਰੂ ਪਿਆਰੇ ਹੋਰ ਵਪਾਰ ਕੀਤਾ, 10,000 ਰੁਪਈਆ ਕਮਾ ਲਿਆ। ਪਿਤਾ ਨੂੰ ਪਤਾ ਸੀ, ਇਹਦੀ ਮਾਤਾ ਨੂੰ ਪਤਾ ਸੀ, ਗੁਰੂ ਘਰ ਦੇ ਸ਼ਰਧਾਲੂ ਸਨ ਕਿ ਹੁਣ ਕੋਈ ਵੱਡੀ ਵਿਪਤਾ ਆਉਣ ਵਾਲੀ ਹੈ। ਗੁਰੂ ਦਾ ਬਚਨ ਹੀ ਵੇਚ ਦਿੱਤਾ। ਇੱਕਦਮ ਘਰ ਵਿੱਚ ਕੰਗਾਲੀ ਆ ਗਈ, ਪਦਾਰਥ ਘਟਣ ਲੱਗ ਪਏ। ਫਿਰ ਇਹ ਚੀਕਾਂ ਮਾਰੇ ਕਿ ਮੈਨੂੰ ਪੂਰੇ ਗੁਰੂ ਕੋਲ ਲੈ ਕੇ ਚੱਲੋ। ਜਿਸ ਵੇਲੇ ਸਾਰਾ ਪਰਿਵਾਰ ਇਹ ਦੁਬਾਰਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚਿਆ, ਰਸਤੇ ਵਿੱਚ ਭਾਈ ਧਿਆਨ ਸਿੰਘ ਨੂੰ ਮਿਲ ਕੇ ਸਮੇਤ ਭਾਈ ਧਿਆਨ ਸਿੰਘ ਦੇ ਤੇ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਇਹਨਾਂ ਨੇ ਗਲਤੀ ਦੀ ਖਿਮਾ ਮੰਗੀ ਤੇ ਆਖਿਆ, ਮਹਾਰਾਜ ਉਹੀ ਭਾਉ ਭਾਵਨਾ ਸ਼ਰਧਾ ਸਾਨੂੰ ਫੇਰ ਬਖਸ਼ ਦਿਓ। ਭਾਈ ਵਿਸ਼ੰਬਰ ਦਾਸ ਦੇ ਬੇਨਤੀਆਂ ਕਰਨ ਤੇ ਸਤਿਗੁਰੂ ਜੀ ਨੇ ਫੇਰ ਬਖਸ਼ਿਸ਼ ਕਰ ਦਿੱਤੀ ਤੇ ਆਖਿਆ, ਸਿੱਖਾ ਕੁਝ ਹੋਰ ਮੰਗ ਲੈ। ਤੇ ਇਹਨੇ ਬੇਨਤੀ ਕੀਤੀ, ਮਹਾਰਾਜ ਸਾਡੇ ਘਰ ਵਿੱਚ ਤੁਹਾਡੀ ਬਖਸ਼ਿਸ਼ ਨਾਲ ਪਦਾਰਥ ਬਹੁਤ ਸਨ, ਪਰ ਸਭ ਚਲੇ ਗਏ। ਮੇਰੇ ਪੁੱਤਰ ਨੇ ਗਲਤੀ ਐਸੀ ਕੀਤੀ, ਆਪ ਜੀ ਕਿਰਪਾ ਕਰੋ, ਪਹਿਲਾਂ ਤੇ ਮਾਇਆ ਪਦਾਰਥ ਖੁੱਲੇ ਬਖਸ਼ਿਸ਼ ਕਰੋ, ਉਸ ਤੋਂ ਬਾਅਦ ਇਹ ਦੁਨੀਆ ਤੋਂ ਛੁਟਕਾਰਾ ਕਿਵੇਂ ਹੋਵੇ। ਇਹ ਮੋਹ ਮਾਇਆ ਵਿੱਚ ਰਹਿੰਦਿਆਂ ਕਿਵੇਂ ਵਾਹਿਗੁਰੂ ਪਰਮੇਸ਼ਰ ਚੇਤੇ ਆਵੇ, ਉਹ ਬਖਸ਼ਿਸ਼ਾਂ ਆਪ ਜੀ ਨੇ ਕਰਨੀਆਂ। ਸੋ ਇਹ ਬਖਸ਼ਿਸ਼ਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੀਤੀਆਂ। ਨਾਲ ਹੀ ਆਖਿਆ, ਭਾਈ ਤੇਰਾ ਦਾਦਾ ਨਾਨੂ ਪੰਡਤ ਸੀ ਨਾ ਜਿਹੜਾ, ਉਹੀ ਹੁਣ ਤੂੰ ਵਿਸ਼ੰਬਰ ਦਾਸ ਦੇ ਰੂਪ ਦੇ ਵਿੱਚ ਜਨਮਿਆ ਤੇ ਅਸੀਂ ਗੁਰੂ ਨਾਨਕ ਦੀ ਉਹੀ 10ਵੀਂ ਜੋਤ ਹੈ। ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਕੁਰਖੇਤਰ ਦੀ ਵਾਹਿਗੁਰੂ ਜਿਹੜਾ ਇਹ ਸੂਰਜ ਗ੍ਰਹਿਣ ਦੇ ਸਮੇਂ ਦੇ ਉੱਤੇ ਨਾਨੂ ਪੰਡਤ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਘਰ ਲੈ ਕੇ ਗਿਆ ਸੀ ਸ਼ਰਧਾ ਦੇ ਨਾਲ। ਉਸ ਵੇਲੇ ਨੇ ਕੋਈ ਸਵਾਲ ਕੀਤਾ ਸੀ ਤੇ ਉਸ ਵੇਲੇ ਅਸੀਂ ਪਹਿਲੇ ਜਾਮੇ ਵਿੱਚ ਇਹ ਬਚਨ ਕੀਤਾ ਸੀ ਕਿ ਤੇਰੇ ਕਿਸੇ ਹੋਰ ਸਰੀਰ ਦੇ ਵਿੱਚ ਤੈਨੂੰ ਬਖਸ਼ਾਂਗੇ। ਤੇ ਭਾਈ ਉਹ ਸਮਾਂ ਹੁਣ ਆ ਗਿਆ, ਤੂੰ ਨਾਨੂ ਪੰਡਤ ਵਿਸ਼ੰਬਰ ਦਾਸ ਬਣ ਕੇ ਸਾਡੇ ਕੋਲ ਆਇਆ। ਤੇਰੇ ਸਵਾਲ ਜਿੰਨੇ ਵੀ ਹੈ ਉਹ ਪੁੱਛ ਲੈ, ਅਸੀਂ ਤੇਰੇ ਹਰ ਸ਼ੰਕਾ ਦਾ ਨਿਵਰਤੀ ਕਰਾਂਗੇ। ਤਾਂ ਉਸ ਵੇਲੇ ਇਹ ਹੁਣ ਗੁਰੂ ਕਾ ਸਿੱਖ ਪੁੱਛਦਾ ਹੈ, ਭਾਈ ਵਿਸ਼ੰਬਰ ਦਾਸ ਕਹਿੰਦਾ, ਮਹਾਰਾਜ ਮੇਰਾ ਘਰ ਬਹੁਤ ਦੂਰ ਹੈ,
ਹਜ਼ਾਰਾਂ ਮੀਲ ਇੱਥੋਂ ਦੂਰ ਹੈ, ਵਾਰ-ਵਾਰ ਆਉਣ ਦਾ ਸਬੱਬ ਨਹੀਂ ਬਣਦਾ। ਤੇ ਆਪ ਜੀ ਕਿਰਪਾ ਕਰੋ ਮੈਨੂੰ ਇਹ ਦੱਸੋ ਕਿ ਗੁਰੂ ਕੇ ਸਿੱਖ ਨੂੰ ਅਰਦਾਸ ਕਿਵੇਂ ਕਰਨੀ ਚਾਹੀਦੀ ਹੈ, ਕਦੋਂ ਕਰਨੀ ਚਾਹੀਦੀ ਹੈ, ਅਰਦਾਸ ਕਰਨ ਦੀ ਮਰਿਆਦਾ ਕੀ ਹੈ। ਕੱਲ੍ਹ ਦੇ ਦੀਵਾਨ ਵਿੱਚ ਆਪ ਜੀ ਨੇ ਸੁਣਿਆ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕੜਾਹ ਪ੍ਰਸ਼ਾਦ ਬਣਾਉਣ ਦੀ ਮਰਿਆਦਾ ਦੱਸੀ ਕਿ ਸਾਫ਼ ਸੁੱਚਾ ਤਨ ਕਰਕੇ, ਸਾਫ਼ ਵਸਤਰ ਪਹਿਨ ਕੇ ਤੇ ਬਰਤਨਾਂ ਨੂੰ ਸਾਫ਼ ਕਰਕੇ ਅੰਮ੍ਰਿਤਧਾਰੀ ਵਾਹਿਗੁਰੂ ਜਿਹੜਾ ਪੰਜ ਪਿਆਰਿਆਂ ਦੇ ਪੰਜ ਸਿੰਘ ਜਿਹੜੇ ਹੋਣ ਉਹਨਾਂ ਨੂੰ ਆਪਣੇ ਘਰ ਦੇ ਵਿੱਚ ਬੁਲਾਉਣਾ ਅਰਦਾਸ ਦੇ ਵਾਸਤੇ, ਪੰਜ ਸਿੱਖਾਂ ਨੂੰ। ਔਰ ਇਸੇ ਪ੍ਰਕਾਰ ਰਹਿਤ ਵਿੱਚ ਤਿਆਰ ਬਾਰ ਤਿਆਰ ਸਿੱਖ ਜਪਜੀ ਸਾਹਿਬ ਦੇ ਪਾਠਾਂ ਦੀ ਜਿਹਨੂੰ ਸਿੱਧੀ ਪ੍ਰਾਪਤ ਹੋਵੇ, ਜਪਜੀ ਸਾਹਿਬ ਦੇ ਪਾਠ ਕਰਦਿਆਂ ਕਰਦਿਆਂ ਸਿੱਧਤਾ ਹੋ ਚੁੱਕੀ ਹੋਵੇ, ਜਿਸ ਨੂੰ ਉਹ ਗੁਰੂ ਕਾ ਸਿੱਖ ਅਰਦਾਸ ਕਰੇ। ਜਪਜੀ ਸਾਹਿਬ ਦਾ ਪਾਠ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਂਦਿਆਂ ਨਾਲ ਨਾਲ ਹੋਵੇ। ਵਿਸ਼ੇਸ਼ ਕਾਰਜ ਵਾਸਤੇ ਅਰਦਾਸ ਕਰਨੀ ਹੈ ਤੇ ਸੰਪੂਰਨ ਆਨੰਦ ਸਾਹਿਬ 40 ਪੌੜੀਆਂ ਦੇ ਪਾਠ 3 ਵਾਰ ਕੀਤੇ ਜਾਣ। ਫਿਰ ਤਿਆਰ ਬਰ ਤਿਆਰ ਗੁਰੂ ਕੇ ਸਿੱਖ ਅਰਦਾਸ ਬੇਨਤੀ ਕਰਨ ਤੇ ਸਿੱਖਾ ਵਿਸ਼ੇਸ਼ ਕਾਰਜ ਨੂੰ ਲੈ ਕੇ ਕੀਤੀ ਅਰਦਾਸ ਬੇਨਤੀ ਸਤਿਗੁਰੂ ਜੀ ਪੂਰਨ ਕਰਦੇ ਆ, ਉਹ ਕਾਰਜ ਵਿੱਚ ਸਫਲਤਾ ਬਖਸ਼ਿਸ਼ ਕਰਦੇ ਆ। ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਸਤਿਗੁਰੂ ਜੀ ਗਵਾਹੀ ਦਿੰਦੇ ਆ, ਇਸ ਗੱਲ ਦੀ ਸਟੈਂਪ ਲਾਉਂਦੇ ਆ, ਮੋਹਰ ਲਾਉਂਦੇ ਆ, ਇਹ ਗੱਲ ਨੂੰ ਪੱਕਿਆ ਕਰਦੇ ਆ ਕਿ ਜਿਹੜਾ ਵੀ ਕਾਰਜ ਸਿੱਖਾਂ ਤੋਂ ਸੰਪੂਰਨ ਹੋਇਆ ਲੋੜਦਾ ਹੈ, ਜਿਹਦੇ ਵਿੱਚ ਸਫਲਤਾ ਚਾਹੁੰਦਾ ਹੈ, ਉਹ ਗੁਰੂ ਚਰਨਾਂ ਵਿੱਚ ਅਰਦਾਸ ਕਰਦੇ। ਜੀਵ ਕੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ, ਉਹ ਗੁਰੂ ਚਰਨਾਂ ਵਿੱਚ ਆ ਕੇ ਅਰਦਾਸ ਕਰ। ਹੁਣ ਇਹ ਅਰਦਾਸ ਸਤਿਗੁਰ ਸੱਚੇ ਪਾਤਸ਼ਾਹ ਕਿੰਨੇ ਪ੍ਰਕਾਰ ਦੀਆਂ ਸਾਰੀਆਂ ਅਰਦਾਸਾਂ ਅੱਜ ਹੀ ਦੱਸ ਦਿਓ। ਇਹ ਬੇਨਤੀ ਜਿਸ ਵੇਲੇ ਇਹ ਕਰਦਾ ਹੈ ਵਿਸ਼ੰਬਰ ਦਾਸ, ਮਹਾਰਾਜ ਘਰ ਬਹੁਤ ਦੂਰ ਹੈ ਤੇ ਸਤਿਗੁਰੂ ਜੀ ਕਿਵੇਂ ਜਵਾਬ ਦਿੰਦੇ ਆ, ਕਿਵੇਂ 101 ਅਰਦਾਸਾਂ ਜਿਹੜੀਆਂ ਵਿਸ਼ੇਸ਼ ਇੱਕ ਸਿੱਖ ਦੇ ਜੀਵਨ ਵਿੱਚ ਹੋਣੀਆਂ ਚਾਹੀਦੀਆਂ ਉਹ ਸਤਿਗੁਰੂ ਜੀ ਦੱਸਦੇ। ਇਹ ਤੋਂ ਬਿਨਾਂ ਵੀ ਅਰਦਾਸਾਂ ਦਾ ਬੇਅੰਤ ਹੈ ਭਾਈ, ਪਰ ਜਿਹੜੀਆਂ 101 ਵਿਸ਼ੇਸ਼ ਅਰਦਾਸਾਂ ਹਨ ਉਹ ਲੜੀਵਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੱਸਣਗੇ। ਪ੍ਰਸੰਗ ਜਿਹੜਾ ਇਹ ਅੰਸ਼ੂ ਕਾਫੀ ਵਿਸਥਾਰਤ ਹੈ, ਲੰਬਾ ਚੌੜਾ ਹੈ ਤੇ ਇਸ ਅਧਿਆਏ ਦੇ ਵਿੱਚ ਕਵੀ ਭਾਈ ਸੰਤੋਖ ਸਿੰਘ ਜੀ ਨੇ ਛੰਦਾਬੰਦੀ ਦੇ ਵੀ ਕੋਈ ਬਹੁਤੇ ਨਿਯਮ ਨਹੀਂ ਵਰਤੇ, ਸੋ ਉਹ ਆਪ ਵੀ ਅਗਾਂਹ ਦੱਸਣਗੇ ਕਥਾ ਦੇ ਵਿੱਚ। ਤੇ ਇਸ ਕਰਕੇ ਇਹ ਥੋੜਾ ਜਿਹਾ ਮਹਿੰਗਾ ਵੀ ਹੈ ਪ੍ਰਸੰਗ, ਇਹਨੂੰ ਆਪਾਂ ਬਿਲਕੁਲ ਠਹਿਰਾ ਦੇ ਨਾਲ ਵਿਚਾਰਾਂਗੇ, ਥੋੜਾ ਥੋੜਾ ਕਰਕੇ ਨਿੱਤਾ ਪ੍ਰਤੀ ਕਈਆਂ ਦਿਨਾਂ ਦੇ ਵਿੱਚ ਇਹ ਪ੍ਰਸੰਗ ਆਪਾਂ ਸੰਪੂਰਨ ਕਰਾਂਗੇ ਗੁਰੂ ਕਿਰਪਾ ਸਦਕਾ। ਤੇ ਆਓ ਜਿਵੇਂ ਇਹ ਵਿਸ਼ੰਬਰ ਦਾਸ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕੋਲ ਬੈਠਾ, ਸਤਿਗੁਰੂ ਜੀ ਕੜਾਹ ਪ੍ਰਸ਼ਾਦ ਦੀ ਦੇਗ ਦੀ ਮਰਿਆਦਾ, ਗੁਰੂ ਕੇ ਸਿੱਖਾਂ ਦੀ ਮਰਿਆਦਾ ਤੇ ਅਰਦਾਸਾਂ ਬਾਰੇ ਦੱਸ ਰਹੇ ਹੈ। ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸੋਚ ਪਵਿੱਤਰ ਸਭ ਦਿਵਸ ਮੈਂ ਸੰਤ ਸਾਧ ਮੁਖ ਜਾਪ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਸੁੱਚਮ ਰੱਖਣ ਵਾਲੇ ਗੁਰੂ ਕੇ ਸਿੱਖ ਹੋਣ, ਜਿਨ੍ਹਾਂ ਤੋਂ ਤੂੰ ਅਰਦਾਸ ਕਰਾਉਣੀ ਹੈ। ਸੁੱਚ ਔਰ ਪਵਿੱਤਰਤਾ, ਮਨ ਵੀ ਉਹਨਾਂ ਦਾ ਸੱਚਾ ਸੁੱਚਾ ਹੋਵੇ, ਗੁਰੂ ਕੀ ਬਾਣੀ ਦੇ ਨਾਲ ਜੁੜਿਆ ਹੋਵੇ, ਝੂਠ ਤੂੰ ਕੂੜ ਤੂਫਾਨ ਤੋਂ ਬਚੇ ਹੋਣ, ਗੁਰੂ ਕੀ ਬਾਣੀ ਦੇ ਨਾਲ ਉਹਨਾਂ ਦੀ ਰਸਨਾ ਸੁੱਚੀ ਹੋਵੇ। ਸੂਚੀ ਭਈ ਰਸਨਾ ਨਾਮ ਕਹਿਤ ਗੋਬਿੰਦ ਕਾ, ਰੱਬ ਦਾ ਨਾਮ ਲੈਦਿਆਂ ਉਹਨਾਂ ਦੀ ਰਸਨਾ ਸੁੱਚੀ ਹੋਈ ਹੋਵੇ। ਤੇ ਪਵਿੱਤਰਤਾ ਤਨ ਦੀ ਵੀ ਉਹ ਪਵਿੱਤਰਤਾ ਰੱਖਦੇ ਹੋਣ, ਸਾਫ ਸੁਥਰੇ ਰਹਿੰਦੇ ਹੋਣ, ਇਸ਼ਨਾਨ ਪਾਣੀ ਕਰਕੇ ਸਵੱਛ ਵਸਤਰ ਪਹਿਨ ਕੇ ਐਵੇਂ ਮਲੀਨ ਜੇ ਤਨ ਨਾ ਉਹਨਾਂ ਦੇ ਹੋਣ। ਤੇ ਸਭ ਦਿਵਸ ਮੈਂ, ਇੱਕ ਦਿਨ ਦੀ ਗੱਲ ਨਹੀਂ ਕਿ ਉਸ ਦਿਨ ਸੁੱਚੇ ਹੋਣ, ਹਮੇਸ਼ਾ ਹੀ ਸੱਚੇ ਸੁੱਚੇ ਰਹਿੰਦੇ ਹੋਣ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕ ਸਵਿਨ ਕੋਏ। ਐਸੀ ਅਵਸਥਾ ਦੇ ਧਾਰਨੀ ਗੁਰਸਿੱਖ ਹੋਣ, ਉਹਨਾਂ ਤੋਂ ਅਰਦਾਸ ਬੇਨਤੀ ਕਰਾਏਗਾ। ਔਰ ਐਸੇ ਜਿਹੜੇ ਗੁਰੂ ਕੇ ਸਿੱਖ ਸੰਤ ਸਾਧੂ ਹੋਣ, ਮੁਖ ਦੇ ਵਿੱਚ ਜਿਨ੍ਹਾਂ ਦੇ ਹਮੇਸ਼ਾ ਵਾਹਿਗੁਰੂ ਦਾ ਜਾਪ ਚੱਲਦਾ ਹੋਵੇ। ਨਾਮ ਪ੍ਰਤਾਪ ਤੇ ਕਾਜ ਸਰ ਸੁਣ ਅਰਦਾਸ ਕਲਾਪ। ਐਸੇ ਗੁਰਸਿੱਖਾਂ ਦੇ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਚੱਲਦਾ ਹੋਵੇ ਤੇ ਉਹ ਨਾਮ ਦੇ ਪ੍ਰਤਾਪ ਦੇ ਨਾਲ
ਨਾਮ ਦੇ ਪ੍ਰਤਾਪੀ ਗੁਰਮੁਖ ਪਿਆਰੇ ਜਿਸ ਵੇਲੇ ਅਰਦਾਸ ਕਰਨਗੇ ਉਹ ਨਾਮ ਦੇ ਪ੍ਰਤਾਪ ਦੇ ਨਾਲ ਸਾਰੇ ਕਾਜ ਸਵਰ ਜਾਣਗੇ। ਨਾਮ ਪ੍ਰਤਾਪ ਤੇ ਕਾਜ ਸਰ। ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤਾ। ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਕਾਜ ਸਵਾਰਨਗੇ ਜਦੋਂ ਤੂੰ ਸ਼ਰਧਾ ਭਾਵਨਾ ਦੇ ਨਾਲ ਐਸੇ ਗੁਰੂ ਕੇ ਸਿੱਖਾਂ ਨੂੰ ਘਰ ਬੁਲਾ ਕੇ ਅਰਦਾਸ ਬੇਨਤੀ ਕਰਵਾਏਗਾ ਤੇ ਹਰ ਕਾਰਜ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਸੰਪੂਰਨਤਾ ਬਖਸ਼ਿਸ਼ ਕਰਨਗੇ। ਤੇ ਨਾਲ ਹੀ ਆਖਿਆ ਜਿਹੜੀ ਤੂੰ ਅਰਦਾਸਾਂ ਦੀ ਗੱਲ ਕਹੀ ਹੈ ਕਿ ਮਹਾਰਾਜ ਸਾਰੀਆਂ ਅਰਦਾਸਾਂ ਅੱਜ ਹੀ ਦੱਸ ਦਿਓ, ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਸੁਣ ਅਰਦਾਸ ਕਲਾਪ। ਜਿੰਨੀਆਂ ਸਮੂਹ ਅਰਦਾਸਾਂ ਹਨ 1 ਤੋਂ ਲੈ ਕੇ 101 ਨੰਬਰ ਤੱਕ ਲੜੀਵਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੱਸ ਰਹੇ ਹਨ। ਗੁਰੂ ਕੇ ਸਿੱਖਾ ਸੁਣਨਾ ਕਰ। ਧਰਮ ਬੀਜ ਅਖੰਡ ਬ੍ਰਿਧ ਸਫਲ ਪੂਰ ਏ ਤੀਨਾ। ਹੁਣ ਇਕੱਲਾ ਇਕੱਲਾ ਸ਼ਬਦ ਆ ਨਾ ਜਿਹੜਾ ਇਹ ਬਹੁਤ ਧਿਆਨ ਮੰਗਦਾ ਹੈ। ਸਭ ਤੋਂ ਪਹਿਲੀ ਅਰਦਾਸ ਹੈ ਧਰਮ ਬੀਜ। ਜਦੋਂ ਤੂੰ ਧਰਮ ਦਾ ਬੀਜ ਉਤਪੰਨ ਕਰੇ, ਭਾਵ ਜਦੋਂ ਗੁਰੂ ਕੇ ਸਿੱਖ ਦਾ ਸਿੱਖਣੀ ਦੇ ਨਾਲ ਵਿਆਹ ਹੋਵੇ, ਆਨੰਦ ਕਾਰਜ ਹੋਵੇ, ਲਾਵਾਂ ਹੋ ਜਾਣ, ਉਸ ਤੋਂ ਬਾਅਦ ਗ੍ਰਸਥ ਆਸ਼ਰਮ ਦੇ ਵਿੱਚ ਪ੍ਰਵੇਸ਼ ਕਰਨਾ ਹੈ। ਸੰਸਾਰ ਦੀ ਮਰਿਆਦਾ ਜੋ ਅੱਗੇ ਅਗਾਂਹ ਸੰਤਾਨ ਉਤਪਤੀ ਵੱਲ ਕਦਮ ਵਧਾਉਣੇ ਹੈ ਤੇ ਗੁਰੂ ਕੇ ਸਿੱਖਾ ਉਸ ਤੋਂ ਪਹਿਲਾਂ ਵੀ ਤੂੰ ਅਰਦਾਸ ਕਰ। ਸਿਰਫ ਤੇਰੇ ਸਰੀਰ ਦਾ ਇਹ ਸਵਾਦ ਨਾ ਹੋਵੇ ਕਾਮ ਨੂੰ ਭੋਗਣਾ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਹਨੂੰ ਧਰਮ ਬੀਜ ਬੀਜਣਾ ਆਖਿਆ ਸਤਿਗੁਰੂ ਨੇ। ਧਰਮ ਬੀਜ ਕਿਉਂਕਿ ਧਰਮ ਦਾ ਬੀਜ ਉਤਪੰਨ ਹੋਵੇਗਾ ਜੋ ਕਾਰਜ ਧਰਮ ਦੇ ਅਨੁਸਾਰ ਹੋਇਆ ਹੈ। ਜੋ ਤੇਰੀ ਸਵੈ ਪਤਨੀ ਹੈ, ਨਿਜ ਪਤਨੀ ਹੈ, ਜਿਹਦੇ ਨਾਲ ਆਨੰਦ ਕਾਰਜ ਹੋਇਆ, ਜਿਸ ਬੀਬੀ ਦੇ ਨਾਲ ਗ੍ਰਸਥ ਧਰਮ ਦੀ ਪ੍ਰਾਰੰਭਤਾ ਕਰਨ ਲੱਗਿਆ ਤੇ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰੀ ਗੁਰੂ ਕੇ ਸਿੱਖਾ। ਹੇ ਸਤਿਗੁਰੂ ਜੀ, ਸੰਤਾਨ ਦੀ ਉਤਪਤੀ ਦੇ ਵਾਸਤੇ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਜੋ ਸੰਤਾਨ ਸਾਡੇ ਘਰ ਬੱਚਾ ਜਾਂ ਬੱਚੀ ਪੈਦਾ ਹੋਵੇ ਉਹ ਭਾਵਨਾ ਵਾਲਾ ਹੋਵੇ, ਗੁਰੂ ਕਾ ਸਿੱਖ ਜਾਂ ਸਿੱਖਣੀ ਹੋਵੇ। ਇਹ ਅਰਦਾਸ ਬੇਨਤੀ ਕਰਨੀ ਹੈ ਸੰਤਾਨ ਦੀ ਉਤਪਤੀ ਦੇ ਸਮੇਂ, ਸੰਤਾਨ ਦੀ ਉਤਪਤੀ ਦੀ ਆਰੰਭਤਾ ਦੇ ਵੇਲੇ। ਤੇ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਆਖੰਡ ਬ੍ਰਿਧ। ਇਹ ਪਹਿਲੀ ਅਰਦਾਸ ਹੋ ਗਈ ਧਰਮ ਬੀਜ ਵਾਲੀ। ਦੂਸਰੀ ਅਰਦਾਸ ਹੈ ਆਖੰਡ ਬ੍ਰਿਧ। ਮਾਤਾ ਦੇ ਗਰਭ ਦੇ ਵਿੱਚ ਜਿਸ ਵੇਲੇ ਬੱਚੇ ਦਾ ਟਿਕਾਓ ਹੋ ਜਾਵੇ, ਮਾਂ ਕੀ ਰਗਤ ਪਿਤਾ ਬਿਦ ਧਾਰਾ, ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਉਸ ਵੇਲੇ ਅਰਦਾਸ ਗੁਰੂ ਚਰਨਾਂ ਵਿੱਚ ਗੁਰੂ ਕੇ ਸਿੱਖ ਨੇ ਜੁੜ ਕੇ ਕਰਨੀ ਹੈ ਕਿ ਆਖੰਡ ਬ੍ਰਿਧ, ਨਿਰੰਤਰ ਇਹਦੇ ਵਿੱਚ ਵ੍ਰਿਧੀ ਹੋਵੇ, ਵਾਧਾ ਹੋਵੇ। ਜੋ ਬਾਲਕ ਗਰਭ ਦੇ ਵਿੱਚ ਹੈ ਇਹਦਾ ਸਰੀਰ ਕੰਪਲੀਟ, ਸਤਿਗੁਰ ਸੱਚੇ ਪਾਤਸ਼ਾਹ ਸੰਪੂਰਨ ਮੁਕੰਮਲ ਤੁਹਾਡੀ ਕਿਰਪਾ ਦੇ ਨਾਲ ਮਾਤਾ ਦੇ ਗਰਭ ਦੇ ਵਿੱਚ ਹੋ ਜਾਵੇ। ਕਿਉਂਕਿ ਆਪਾਂ ਵੇਖਦੇ ਹਾਂ ਕਿ ਬਹੁਤ ਸਾਰੀਆਂ ਬੀਬੀਆਂ ਨੂੰ, ਮਾਵਾਂ ਭੈਣਾਂ ਨੂੰ ਗਰਭ ਤਾਂ ਠਹਿਰਦਾ ਹੈ, ਪਰ ਸਤਿਗੁਰੂ ਦੀ ਬਾਣੀ ਦੇ ਬਚਨ ਹਨ ਕਈ ਜਨਮ ਗਰਭ ਹਿਰ ਖਰਿਆ। ਕਈ ਜਨਮ ਐਸੇ ਹੁੰਦੇ ਆ, ਕਈ ਜੋਨਾਂ ਐਸੇ ਮੰਦਭਾਗੇ ਜੀਵਾਂ ਦੀਆਂ ਹੁੰਦੀਆਂ, ਉਹ ਮਾਤਾ ਦੇ ਗਰਭ ਦੇ ਵਿੱਚ ਆਉਂਦੇ ਆ, ਉਹ ਹਿਰ ਜਾਂਦੇ ਆ ਜਾਂ ਖਰ ਜਾਂਦੇ ਆ। ਹਿਰਨਾ ਤੇ ਖਰਨਾ ਵੇਖਣ ਨੂੰ ਇੱਕੋ ਜਿਹੇ ਸ਼ਬਦ ਲੱਗਦੇ ਆ, ਪਰ ਇਹਨਾਂ ਦੇ ਅਰਥਾਂ ਵਿੱਚ ਥੋੜਾ ਜਿਹਾ ਫਰਕ ਹੈ। ਕਈ ਜਨਮ ਗਰਭ ਹਿਰ ਖਰਿਆ, ਮਾਤਾ ਦੇ ਗਰਭ ਦੇ ਵਿੱਚ ਬੱਚਾ ਟਿਕਿਆ, ਤੇ ਜਿਹੜਾ ਬਾਲਕ ਸਿਰਫ ਹਲੇ ਜਲ ਦੀ ਮੂਰਤੀ ਹੈ, ਸਰੀਰ ਉਹਦਾ ਬਣਿਆ ਨਹੀਂ, ਅੰਗ ਪ੍ਰਤੰਗ ਬਣ ਨਹੀਂ ਲੱਗੇ 2-3 ਮਹੀਨਿਆਂ ਦੇ ਵਿੱਚ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਉਹਨੂੰ ਲਿਖਿਆ ਖਿਰਿਆ। ਜੇ ਉਹ ਗਰਭ ਡਿੱਗ ਜਾਏ ਤਾਂ ਉਹਨੂੰ ਕਹਿੰਦੇ ਗਰਭ ਇਹ ਖਰ ਗਿਆ। ਤੇ ਦੂਜਾ ਲਿਖਿਆ ਹਿਰਨਾ, ਹਿਰਨਾ ਗਰਭ ਹਿਰ ਖਰਿਆ। ਹਿਰਦਾ ਕਿਵੇਂ ਹੈ? ਜਦੋਂ ਬੱਚੇ ਦੇ ਕੁਝ ਕੁ ਅੰਗ ਬਣ ਗਏ ਹੋਣ ਸਰੀਰ ਦੇ ਵਿੱਚ, ਮਾਤਾ ਦੇ ਗਰਭ ਦੇ ਵਿੱਚ,
ਤੇ ਉਹ ਬਦਕਿਸਮਤੀ ਦੇ ਨਾਲ ਉਹ ਗਰਭ ਗਿਰ ਜਾਵੇ ਕਿਸੇ ਬੀਬੀ ਦਾ, ਤੇ ਉਹਨੂੰ ਕਹਿੰਦੇ ਆ ਗਰਭ ਹਿਰ ਗਿਆ। ਉਹਨੂੰ ਹਿਰਨਾ ਕਹਿੰਦੇ ਆ। 2-3 ਮਹੀਨਿਆਂ ਬਾਅਦ ਜਿਹੜਾ ਗਰਭ ਗਿਰ ਜਾਣਾ ਉਹਨੂੰ ਕਹਿੰਦੇ ਆ ਖਰਨਾ। ਸੋ ਗੁਰੂ ਪਿਆਰਿਓ, ਇਹ ਅਰਦਾਸ ਦੂਜੀ ਸਤਿਗੁਰ ਦੇ ਚਰਨਾਂ ਵਿੱਚ ਗਰੀਬ ਨਵਾਜ਼ ਸੱਚੇ ਪਾਤਸ਼ਾਹ ਸਮਝਾ ਰਹੇ ਆ ਭਾਈ ਵਿਸ਼ੰਬਰ ਦਾਸ ਦੇ ਰਾਹੀਂ ਸਮੁੱਚੀ ਸੰਗਤ ਨੂੰ, ਕਿ ਭਾਈ ਦੂਜੀ ਅਰਦਾਸ ਇਹ ਕਰਨੀ ਹੈ ਸਿੱਖ ਨੇ, ਕਿ ਜਿਹੜਾ ਮੇਰੀ ਘਰ ਵਾਲੀ ਸਿੱਖਣੀ ਨੂੰ ਗਰਭ ਠਹਿਰਿਆ ਹੈ ਇਹਦੀ ਪੂਰਨ ਤੌਰ ਤੇ ਬ੍ਰਿਧੀ ਹੋਵੇ, ਪੂਰਨ ਤੌਰ ਤੇ ਇਹਦਾ ਸਰੀਰ ਬਣ ਜਾਵੇ। ਅਗਲਾ ਹੈ ਜੀ ਸਫਲਪੂਰ ਇਹ 3। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਤੀਜੀ ਅਰਦਾਸ ਗੁਰੂ ਕੇ ਸਿੱਖਾਂ ਤੈਅ ਕਰਨੀ ਹੈ ਕਿ ਇਹ ਸਫਲ ਹੋ ਜੇ, ਸੰਪੂਰਨਤਾ ਤੱਕ ਜਾਵੇ। ਭਾਵ ਕਈ ਬੱਚੇ ਜਿਹੜੇ ਹੈ ਉਹ ਸਤਮਾਹੇ ਪੈਦਾ ਹੋ ਜਾਂਦੇ ਹੈ, ਕਈ 8ਵੇਂ ਮਹੀਨੇ 8ਮਾਹੇ ਪੈਦਾ ਹੋ ਜਾਂਦੇ ਹੈ। ਇਹ ਅਰਦਾਸ ਬੇਨਤੀ ਕਰਨੀ ਸਤਿਗੁਰੂ ਜੀ ਪੂਰਾ ਸਮਾਂ, ਜਿਤਨਾ ਸਮਾਂ ਮਾਤਾ ਦੇ ਗਰਭ ਦੇ ਵਿੱਚ 9 ਮਹੀਨੇ ਬਾਲਕ ਰਹਿਣਾ ਚਾਹੀਦਾ, ਓਨੀ ਦੇਰ ਤੱਕ ਇਹ ਮਾਤਾ ਦੇ ਗਰਭ ਦੇ ਵਿੱਚ ਟਿਕੇ ਤਾਂ ਕਿ ਇਹਦਾ ਸਰੀਰ ਸੰਪੂਰਨ ਬਣ ਜਾਵੇ ਤੇ ਇਹਦੇ ਵਿੱਚ ਉਹ ਵਾਹਿਗੁਰੂ ਨੇ ਜਿਹੜੀ ਜੋਤ ਟਿਕਾਉਣੀ ਆ ਉਹ ਜੋਤ ਵੀ ਟਿਕ ਜਾਏ। ਕਈਆਂ ਬੱਚਿਆਂ ਦਾ ਗੁਰਮੁਖ ਪਿਆਰਿਓ ਇਹ ਵਾਸਤਵਿਕਤਾ ਹੈ, ਸੱਚਾਈ ਹੈ, ਸਰੀਰ ਕੰਪਲੀਟ ਹੋ ਜਾਂਦਾ ਹੈ, ਪਰ ਮਾੜੀ ਕਿਸਮਤ ਮਾਤਾ ਪਿਤਾ ਦੀ ਹੋਵੇ ਨਾ, ਜਾਂ ਉਹ ਜੀਵ ਜਿਹੜਾ ਇਹ ਦੁਨੀਆ ਦੇ ਉੱਤੇ ਆਉਣਾ ਚਾਹੁੰਦਾ ਉਹ ਮਾਤਾ ਦੇ ਗਰਭ ਦੇ ਵਿੱਚ ਹੀ ਕਈ ਵਾਰ ਪੂਰਾ ਹੋ ਜਾਂਦਾ ਹੈ, ਉਹਦੇ ਸਵਾਸ ਹੀ ਨਹੀਂ ਚੱਲਦੇ, ਕਈ ਜਨਮ ਲੈਣ ਸਾਰ ਚੜ੍ਹਾਈ ਕਰ ਜਾਂਦੇ ਹੈ। ਇਹ ਅਰਦਾਸਾਂ ਬੇਨਤੀਆਂ ਕਰਨੀਆਂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ। ਗੁਰੂ ਕੇ ਸਿੱਖਾਂ ਤੀਜੀ ਅਰਦਾਸ ਕਰੀ ਕਿ ਸਫਲਤਾ ਤੱਕ ਜਾਵੇ ਇਹ ਬਾਲਕ ਜੋ ਮਾਤਾ ਦੇ ਗਰਭ ਦੇ ਵਿੱਚ ਟਿਕਿਆ ਹੈ, ਇਹ ਸਫਲਤਾ ਦੇ ਨਾਲ ਇਹ ਜਨਮ ਲਵੇ, ਕੰਪਲੀਟ ਇਹਦਾ ਸਰੀਰ ਬਣੇ। ਕਿਉਂਕਿ 6 ਮਹੀਨਿਆਂ ਦੇ ਵਿੱਚ ਸਾਧ ਸੰਗਤ ਜੀ ਸਾਇੰਸ ਵੀ ਇਸ ਗੱਲ ਨੂੰ ਮੰਨਦੀ ਹੈ, ਡਾਕਟਰ ਵੀ ਮੰਨਦੇ ਹੈ ਤੇ ਗੁਰੂ ਕੀ ਬਾਣੀ ਵੀ ਇਹ ਗੱਲ ਦੀ ਗਵਾਹੀ ਭਰਦੀ ਹੈ ਕਿ 6 ਮਹੀਨਿਆਂ ਵਿੱਚ ਬਾਲਕ ਦਾ ਸਰੀਰ ਮੁਕੰਮਲ ਹੁੰਦਾ ਮਾਤਾ ਦੇ ਗਰਭ ਦੇ ਵਿੱਚ। ਔਰ ਜਦੋਂ ਟੁੱਟਦਾ ਹੈ, ਜਦੋਂ ਭੱਜਦਾ ਹੈ, ਇਹ ਸਰੀਰ ਖਤਮ ਹੁੰਦਾ ਹੈ, ਉਦੋਂ ਇੱਕ ਪਲ ਲੱਗਦਾ। ਗੁਰਬਾਣੀ ਪ੍ਰਮਾਣ ਦੇਵਾਂ, ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਗੰਢੇਂਦਿਆਂ 6 ਮਾਹ ਤੁੜੰਦਿਆਂ ਇੱਕ ਖਿਨੋ। ਕਹਿੰਦੇ ਗੰਢਦਿਆਂ ਇਹ ਸਰੀਰ ਨੂੰ ਬਣਾਉਂਦਿਆਂ, ਇਹ ਸਰੀਰ ਦੀ ਰਚਨਾ ਕਰਦਿਆਂ ਵਾਹਿਗੁਰੂ 6 ਮਹੀਨੇ ਲਾ ਦਿੰਦਾ ਤੇ ਜਦੋਂ ਤੋੜਦਾ ਫਿਰ ਇੱਕ ਪਲ ਵੀ ਨਹੀਂ ਲਾਉਂਦਾ। ਬੋਲੋ ਸਤਨਾਮ। ਗੰਢੇਂਦਿਆਂ 6 ਮਾਹ ਤੁੜੰਦਿਆਂ ਇੱਕ ਖਿਨੋ, ਤੋੜਨ ਵੇਲੇ ਇੱਕ ਪਲ। ਸੋ ਇਹ ਬਾਲਕ ਦਾ ਸਰੀਰ ਕੰਪਲੀਟ ਹੋਵੇ, ਸਫਲ ਹੋਵੇ, ਮੁਕੰਮਲਤਾ ਤੱਕ ਜਾਵੇ ਇਹ ਬਾਲਕ, ਇਹ ਤੀਜੀ ਅਰਦਾਸ ਕਰਨੀ ਹੈ। ਕਸ਼ਟ ਹਰੈ ਬੇਲੀ ਫੜੈ ਗੁਰ ਪੂਜਕ ਸਿਸ ਸੀਨਾ। ਸਤਿਗੁਰੂ ਕਹਿੰਦੇ ਭਾਈ ਚੌਥੀ ਅਰਦਾਸ ਕਿਹੜੀ ਕਰਨੀ ਹੈ ਕਿ ਕਸ਼ਟ ਹਰੈ। ਛੋਟੇ ਛੋਟੇ ਸ਼ਬਦ ਹੈ ਪਰ ਵੇਖੋ ਵਿਦਵਤਾ ਦਾ ਕਮਾਲ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਕਵੀ ਜੀ ਦੇ ਉੱਤੇ ਕਿੰਨੀ ਕਲਗੀਆਂ ਵਾਲੇ ਪ੍ਰੀਤਮ ਦੀ ਬਖਸ਼ਿਸ਼ ਹੈ, ਕਿੰਨੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦਸੇ ਪਾਤਸ਼ਾਹੀਆਂ ਕਿਵੇਂ ਸਿਰ ਦੇ ਉੱਤੇ ਹੱਥ ਰੱਖ ਕੇ ਆਪ ਲਿਖਾਉਂਦੀਆਂ, ਕਿਵੇਂ ਸੇਵਾ ਲੈ ਰਹੇ ਆ ਪਾਤਸ਼ਾਹ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਤੋਂ ਇੱਕ ਇੱਕ ਸ਼ਬਦ ਦੇ ਵਿੱਚ ਕੁੱਜੇ ਵਿੱਚ ਸਮੁੰਦਰ ਬੰਦ ਕੀਤਾ ਪਿਆ, ਕੁੱਜੇ ਵਿੱਚ ਸਮੁੰਦਰ। ਤੇ ਇਸੇ ਕਰਕੇ ਭਾਈ ਆਪਾਂ ਇਹ ਕਥਾ ਨੂੰ ਨਾ ਸਹਿਜੇ ਸਹਿਜੇ ਆਪਾਂ ਕਰ ਰਹੇ ਹਾਂ। ਕਈਆਂ ਦਿਨਾਂ ਵਿੱਚ ਪ੍ਰਸੰਗ ਤਾਂ ਹੀ ਸੰਪੂਰਨ ਕਰਨਾ ਹੈ ਤਾਂ ਕਿ ਇੱਕ ਇੱਕ ਸ਼ਬਦ ਨੂੰ ਆਪਾਂ ਖੋਲ ਕੇ ਵਿਚਾਰੀਏ, ਕਿਉਂਕਿ ਗੱਲਾਂ ਬਾਤਾਂ ਤਾਂ ਉਹੀ ਹੁੰਦੀਆਂ ਜੇ ਆਪਾਂ ਉਹਨਾਂ ਨੂੰ ਕਾਹਲੀ ਦੇ ਨਾਲ ਇੱਦਾਂ ਵੀ ਲਗਾ ਦੇਵਾਂਗੇ ਤੇ ਨਾ ਤੇ ਕੁਝ ਸੁਣਨ ਵਾਲਿਆਂ ਦੇ ਪੱਲੇ ਪੈਣਾ ਤੇ ਨਾ ਸੁਣਾਉਣ ਵਾਲੇ ਨੂੰ ਰਸ ਆਉਣਾ ਹੈ। ਤੇ ਦੂਜਾ ਗੁਰੂ ਕੀ ਸੰਗਤ ਫਿਰ ਜੁੜਦੀ ਵੀ ਇਸੇ ਤਰ੍ਹਾਂ ਹੈ। ਮੈਂ ਕੱਲ ਵੀ ਬੇਨਤੀ ਕੀਤੀ ਸੀ ਭਾਈ, ਜਿਹੜੇ ਅਖੰਡ ਪਾਠ ਸਾਹਿਬ ਕਰਾਉਣ ਵਾਸਤੇ ਗੁਰਮੁਖ ਪਿਆਰੇ ਪਰਿਵਾਰ ਆਉਂਦੇ ਆ ਦੂਰਾਂ ਦੁਰਾਡਿਆਂ ਤੋਂ ਚੱਲ ਕੇ, ਕੋਈ ਦੇਸ਼ ਤੋਂ, ਕੋਈ ਵਿਦੇਸ਼ ਤੋਂ, ਕੋਈ ਪੰਜਾਬ ਤੋਂ, ਕੋਈ ਹਰਿਆਣੇ ਤੋਂ, ਰਾਜਸਥਾਨ ਤੋਂ, ਕੋਈ ਕਿਸੇ ਰਾਜ ਤੋਂ, ਕਿਸੇ ਸਟੇਟ ਤੋਂ ਇੱਥੇ ਪਹੁੰਚਦਾ, ਉਹ ਭਾਈ ਆ ਕੇ ਜਿਨ੍ਹਾਂ ਦੀ ਤਾਂ ਲੱਗੀ ਆ ਕੋਈ ਸੇਵਾ, ਕੋਈ ਗੁਰੂ ਕੇ ਲੰਗਰ 'ਚ ਸੇਵਾ ਕਰ ਰਿਹਾ,
ਉਹ ਸੇਵਾ ਕਰਦੇ ਉੱਥੇ ਸੁਣਨ। ਬਾਕੀ ਜਿਹੜੇ ਕਮਰਿਆਂ ਵਿੱਚ ਬੈਠੇ ਰਹਿੰਦੇ ਆ ਨਾ, ਆ ਕੇ ਮੋਬਾਈਲ ਫੋਨ ਹੀ ਚਲਾਈ ਜਾਂਦੇ ਆ, ਜਾਂ ਕਮਰਿਆਂ ਵਿੱਚ ਸੁੱਤੇ। ਆਪਾਂ ਇੱਥੇ ਸੌਣ ਵਾਸਤੇ ਥੋੜ੍ਹੀ ਆਏ ਆ, ਗੁਰੂ ਚਰਨਾਂ ਵਿੱਚ ਆਏ ਆ ਲਾਹਾ ਲੈਣ ਵਾਸਤੇ। ਇਸ ਕਰਕੇ ਭਾਈ ਜੁੜਿਆ ਕਰੋ ਆ ਕੇ। ਠੀਕ ਆ, ਆਵਾਜ਼ ਉੱਥੇ ਵੀ ਸੁਣਦੀ ਹੋਏਗੀ, ਪਰ ਸਤਸੰਗ ਦੇ ਵਿੱਚ ਤਨ ਕਰਕੇ ਵੀ ਜੁੜਨਾ ਜ਼ਰੂਰੀ ਹੈ ਤੇ ਮਨ ਕਰਕੇ ਵੀ ਜੁੜਨਾ ਇਹ ਵੀ ਜ਼ਰੂਰੀ ਹੈ। ਸਾਡਾ ਜੇ ਸਰੀਰ ਇੱਥੇ ਹਾਜ਼ਰ ਹੈ ਤੇ ਮਨ ਹੀ ਇੱਥੋਂ ਉਡਾਰੀ ਮਾਰ ਗਿਆ ਤਾਂ ਫਿਰ ਵੀ ਮਾੜੀ ਗੱਲ ਹੈ। ਤੁਸੀਂ ਸਾਰਿਆਂ ਨੇ ਸਾਖੀ ਸੁਣੀ ਹੈ ਨਾ, ਮਹਾਰਾਜ ਨੂੰ ਕਹਿੰਦੇ ਸੀ ਕਾਜੀ ਕਿ ਸਾਡੇ ਨਾਲ ਮਸੀਤ ਵਿੱਚ ਜਾ ਕੇ ਨਮਾਜ਼ ਪੜ੍ਹੋ। ਨਵਾਬ ਵੀ ਨਾਲ ਗਿਆ ਸੀ। ਮਹਾਰਾਜ ਨੇ ਫਿਰ ਉੱਥੇ ਕਿਹਾ ਸੀ ਆਪਾਂ ਹੁਣ ਖੈਰ ਵਿਸਥਾਰ ਇੱਥੇ ਨਾ ਕਰੀਏ। ਤੇ ਮਹਾਰਾਜ ਨੇ ਆਖਿਆ ਸੀ ਭਾਈ ਇਕੱਲਾ ਸਰੀਰ ਨਹੀਂ, ਮਨ ਵੀ ਹਾਜ਼ਰ ਹੋਣਾ ਚਾਹੀਦਾ। ਸਰੀਰ ਵੀ ਹਾਜ਼ਰ ਹੋਵੇ ਤੇ ਮਨ ਵੀ ਹਾਜ਼ਰ। ਉੱਥੇ ਮਹਾਰਾਜ ਨੇ ਇਹ ਨਹੀਂ ਕਿਹਾ ਕਿ ਇਕੱਲਾ ਮਨ ਹੀ ਹਾਜ਼ਰ ਹੋਣਾ ਚਾਹੀਦਾ, ਸਰੀਰ ਨਹੀਂ ਹੋਣਾ ਚਾਹੀਦਾ। ਕਈ ਵਾਰੀ ਸਾਡੀ ਮੱਤ ਅਰਥ ਹੋਰ ਕਰਨ ਲੱਗ ਪੈਂਦੀ ਹੈ, ਸਾਡੀ ਆਪੋ ਆਪਣੀ ਵਿਆਖਿਆ ਹੁੰਦੀ ਹੈ ਹਰ ਇੱਕ ਦੀ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਵੇਂ ਸਮਝਾ ਰਹੇ ਆ, ਭਾਈ ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਚਰਨਾਂ ਵਿੱਚ ਬੈਠਿਆ ਕਰੀਏ, ਸੁਣਿਆ ਕਰੀਏ। 3 ਦਿਨਾਂ ਦਾ ਤਾਂ ਸਮਾਂ ਹੁੰਦਾ ਆਪਣੇ ਕੋਲ ਜਿਹੜੇ ਬਾਹਰੋਂ ਆਉਂਦੇ ਹੋ, ਨਹੀਂ ਤਾਂ ਆਪਾਂ ਫਿਰ ਆਪਣੇ ਦੁਨਿਆਵੀ ਕੰਮਾਂ ਕਾਰਾਂ ਵਿੱਚ ਹੀ ਲਗਾਉਣਾ ਹੁੰਦਾ ਸਮਾਂ। ਤੇ ਇਹ ਮੇਰੀ ਸਨੇਮਰ ਬੇਨਤੀ ਹੈ, ਕੋਈ ਗੁੱਸਾ ਵੀ ਨਾ ਕਰਿਓ, ਕਿਉਂਕਿ ਦਾਸ ਗੁਰੂ ਘਰ ਦਾ ਕੂਕਰ ਹੈ ਤੇ ਮੇਰਾ ਭੌਂਕਣਾ ਫਰਜ਼ ਹੈ। ਗੁਰੂ ਘਰ ਦੇ ਚੌਕੀਦਾਰ ਦਾ ਫਰਜ਼ ਹੈ ਭਾਈ ਜਾਗ ਲੋ, ਜਾਗ ਲੋ, ਜਾਗਦੇ ਰਹੋ, ਲੁੱਟੇ ਨਾ ਜਾਇਓ। ਤੇ ਜਿਹਨੇ ਲੁੱਟ ਹੋਣਾ ਭਾਈ ਨਹੀਂ ਸੁਣਨੀ ਆਵਾਜ਼, ਉਹਦੀ ਮਰਜ਼ੀ ਹੈ। ਤੇ ਜਿਹੜੇ ਗੁਰੂ ਪਿਆਰੇ ਆ ਕੇ ਸਨੇਮਰ ਬੇਨਤੀਆਂ ਨੂੰ ਨਿਮਰਤਾ ਸਹਿਤ ਕੀਤੀਆਂ ਦਿਲੀ ਬੇਨਤੀਆਂ ਨੂੰ ਮੰਨ ਕੇ ਪਹੁੰਚ ਜਾਂਦੇ ਆ, ਉਹਨਾਂ ਦਾ ਦਾਸ ਤਹਿ ਦਿਲੋਂ ਧੰਨਵਾਦੀ ਹੈ ਤੇ ਗੁਰੂ ਸਾਹਿਬ ਦੀਆਂ ਉਹਨਾਂ ਨੂੰ ਖੁਸ਼ੀਆਂ ਪ੍ਰਾਪਤ ਹੁੰਦੀਆਂ। ਰਹੋ ਵਿਚਾਰ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਚੌਥੀ ਅਰਦਾਸ ਕਰਨੀ ਹੈ ਕਸ਼ਟ ਹਰੈ। ਜਦੋਂ ਮਾਤਾ ਨੇ ਬਾਲਕ ਨੂੰ ਜਨਮ ਦੇਣਾ ਹੈ, ਸਿੱਖ ਦੀ ਸਿੱਖਣੀ ਨੇ ਸਿੰਘਣੀ ਨੇ ਬਾਲਕ ਨੂੰ ਜਨਮ ਦੇਣਾ ਹੈ, ਉਸ ਵੇਲੇ ਸਿੱਖ ਦਾ ਜਾਂ ਪਰਿਵਾਰ ਦਾ ਉਹਦਾ ਫਰਜ਼ ਬਣਦਾ ਹੈ। ਪ੍ਰਸੂਤਾ ਪੀੜਾ ਜਦੋਂ ਆਰੰਭ ਹੁੰਦੀ ਆ ਉਹ ਇਸਤਰੀ ਨੂੰ, ਬੀਬੀ ਨੂੰ, ਤਾਂ ਉਸ ਵੇਲੇ ਸਤਿਗੁਰ ਦੇ ਚਰਨਾਂ ਵਿੱਚ ਫਿਰ ਚੌਥੀ ਅਰਦਾਸ ਕਰੇ, ਮਹਾਰਾਜ ਇਹ ਪ੍ਰਸੂਤਾ ਪੀੜਾ ਇਹ ਜਰ ਲਵੇ ਤੇ ਸੁਖੀ ਸਾਂਦੀ ਬਾਲਕ ਦਾ ਜਨਮ ਹੋ ਜਾਏ। ਕਿਉਂਕਿ ਪੁਰਾਤਨ ਸਮੇਂ ਬੀਬੀਆਂ ਦੇ ਤਨ ਵੀ ਸਰੀਰ ਵੀ ਤਕੜੇ ਹੁੰਦੇ ਸਨ, ਹੱਥੀਂ ਕਿਰਤ ਬਹੁਤ ਕਰਦੀਆਂ ਸਨ, ਚੱਕੀਆਂ ਚਲਾਉਣੀਆਂ ਤੇ ਫਿਰ ਆ ਟੋਕੇ ਵਾਲੀ ਮਸ਼ੀਨ ਗੇੜਨੀ ਹੱਥੀਂ, ਹੋਰ ਸਿਰ ਦੇ ਉੱਤੇ ਭਾਰ ਚੁੱਕਣਾ, ਤੇ ਇੱਦਾਂ ਬੜੇ ਕੰਮਕਾਰ ਜਿਹੜੇ ਭਾਰੇ ਵਜ਼ਨਦਾਰ ਕੰਮ ਕਰਦੀਆਂ ਸਨ। ਸਰੀਰ ਵੀ ਤਕੜੇ ਹੁੰਦੇ ਸਨ। ਬਾਲਕਾਂ ਦੇ ਜਨਮ ਨਾ ਆਮ ਹੀ ਘਰਾਂ ਵਿੱਚ ਪਿੰਡਾਂ ਵਿੱਚ ਸਾਡੀਆਂ ਦਾਈਆਂ ਸਿਆਣੀਆਂ ਬੀਬੀਆਂ ਉਹ ਜਨਮ ਕਰਾ ਦਿੰਦੀਆਂ ਸੀ। ਪਰ ਅੱਜ ਕੱਲ੍ਹ ਬੜਾ ਔਖਾ ਕੰਮ ਹੋਇਆ ਪਿਆ। ਪਹਿਲੀ ਗੱਲ ਤੇ 9 ਮਹੀਨਿਆਂ ਤੱਕ ਡਾਕਟਰ ਦਵਾਈਆਂ ਇੰਨੀਆਂ ਖਵਾਉਂਦੇ ਆ, ਦਵਾਈਆਂ ਇੰਨੀਆਂ ਖਵਾਉਂਦੇ ਆ, ਬਾਰ-ਬਾਰ ਸਕੈਨਿੰਗਾਂ ਕਰਵਾਉਂਦੇ ਆ। ਤੇ ਉਸ ਤੋਂ ਬਾਅਦ ਜਦੋਂ ਗੁਰੂ ਕਿਰਪਾ ਦੇ ਨਾਲ ਬੱਚੇ ਨੂੰ ਜਨਮ ਦੇਣ ਦੀ ਗੱਲ ਆਉਂਦੀ ਹੈ ਤੇ ਕੋਈ ਵਿਰਲੀ ਭਾਗਾਂ ਵਾਲੀ ਬੀਬੀ ਬਚਦੀ ਹੈ, ਸਾਧ ਸੰਗਤ ਜਿਹਦਾ ਸਰਜਰੀਅਨ ਆਪਰੇਸ਼ਨ ਨਹੀਂ ਹੁੰਦਾ, ਨਾਰਮਲ ਕੇਸ ਜਿਹਦਾ ਹੋ ਜਾਵੇ ਡਿਲੀਵਰੀ ਦਾ। ਨਹੀਂ ਤਾਂ ਤਕਰੀਬਨ 90-95% ਡਾਕਟਰ ਬੀਬੀਆਂ ਦਾ ਪੇਟ ਪਾੜ ਕੇ ਬੱਚਿਆਂ ਨੂੰ ਜਨਮ ਦਿਵਾਉਂਦੇ ਆ। ਕੋਈ ਵਡਭਾਗੀ ਬੀਬੀ ਜਿਨ੍ਹਾਂ ਦਾ ਨਾਰਮਲ ਕੇਸ ਹੋ ਜਾਵੇ, ਡਾਕਟਰਾਂ ਕੋਲ ਨਾ ਜਾਣਾ ਪਵੇ। ਤੇ ਕੁਝ ਤੇ ਇਹ ਗੱਲ ਹੈ ਵੀ ਸਰੀਰ ਵੀ ਮਾੜੇ ਹੋ ਗਏ, ਤੇ ਦੂਜਾ ਜਿਹੜੇ ਡਾਕਟਰਾਂ ਨੂੰ ਇਹ ਵੀ ਸੱਚਾਈ ਹੈ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਭਾਈ, ਗੁਰੂ ਤੋਂ ਡਰ ਕੇ ਇਹ ਗੱਲ ਕਹਿੰਦੇ ਆ ਕਿ ਕਈ ਡਾਕਟਰ ਜਿਹੜੇ ਆ ਨਾ ਉਹਨਾਂ ਨੇ ਵੀ ਕਸਾਈਆਂ ਦਾ ਰੂਪ ਧਾਰਨ ਕੀਤਾ ਹੋਇਆ, ਹੱਥ ਛੁਰੀ ਫੜੀ ਹੋਈ ਹੈ, ਆਪਣੀ ਮਾਇਆ ਬਟੋਰਨ ਖਾਤਰ, ਪੈਸੇ ਬਟੋਰਨ ਖਾਤਰ ਹੀ ਬੀਬੀਆਂ ਦਾ ਢਿੱਡ ਪਾੜ ਛੱਡਦੇ ਆ। ਸੋ ਸਤਿਗੁਰੂ ਕਿਰਪਾ ਕਰਨ, ਸਮੱਤ ਬਖਸ਼ਣ ਸਾਰਿਆਂ ਨੂੰ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਸਿੱਖਾ ਚੌਥੀ ਅਰਦਾਸ ਕਰੀ ਜਿਸ ਵੇਲੇ ਪ੍ਰਸੂਤਾ ਪੀੜਾ ਉਹ ਬੀਬੀ ਨੂੰ ਸ਼ੁਰੂ ਹੋ ਜਾਣ ਕਿ ਬਾਲਕ ਦਾ ਸੁਖੀ ਸਾਂਦੀ ਜਨਮ ਹੋ ਜਾਵੇ। ਤੇ ਫਿਰ ਅਗਲੀ 5ਵੀਂ ਅਰਦਾਸ ਕਦੋਂ ਕਰਨੀ ਹੈ? ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਫਿਰ ਬੇਲੀ ਫਲੈ, ਬਾਲਕ ਦਾ ਜਨਮ ਹੋ ਜਾਵੇ ਸੁਖੀ ਸਾਂਦੀ। ਪ੍ਰਸੂਤਾ ਪੀੜਾ ਵੇਲੇ ਬਾਲਕ ਦੇ ਜਨਮ ਤੋਂ ਪਹਿਲਾਂ ਅਰਦਾਸ ਕਰਨੀ। ਜਦੋਂ ਬਾਲਕ ਨੇ ਜਨਮ ਲੈ ਲਿਆ, ਬਾਲਕ ਦੀ ਆਵਾਜ਼ ਕੰਨਾਂ ਵਿੱਚ ਪਈ, ਉਸ ਵੇਲੇ ਗੁਰੂ ਕੇ ਸਿੱਖਾ ਗੁਰੂ ਪਾਤਸ਼ਾਹ ਦਾ ਸ਼ੁਕਰਾਨਾ ਕਰੀ। ਹੇ ਅਕਾਲ ਪੁਰਖ ਵਾਹਿਗੁਰੂ, ਤੇਰੀ ਕਿਰਪਾ ਦੇ ਨਾਲ ਬਾਲਕ ਦਾ ਜਨਮ ਹੋਇਆ, ਸਾਡੀ ਬੇਲੀ ਫਲਿਆ, ਸਾਡੀ ਵੇਲ ਵੱਧ ਗਈ।
ਕਹਿੰਦੇ ਆ ਨਾ ਵੇਲ ਵੱਧ ਗਈ ਜਦੋਂ ਬਾਲਕ ਜਨਮ ਲੈਂਦਾ, ਵੇਲ ਵਧਣਾ ਹੀ ਕਹਿੰਦੇ ਆਪਣੇ ਪੰਜਾਬੀ ਵਿੱਚ। ਜਦੋਂ ਵੇਲੀ ਫਲੈ, ਜਦੋਂ ਤੇਰੀ ਵੇਲ ਫਲ ਗਈ, ਬਾਲਕ ਨੇ ਜਨਮ ਲੈ ਲਿਆ, ਉਸ ਵੇਲੇ ਅਰਦਾਸ ਕਰੀ। ਉਸ ਤੋਂ ਅਗਲੀ ਅਰਦਾਸ ਕਦੋਂ ਕਰਨੀ ਹੈ? ਸਤਿਗੁਰ ਪਾਤਸ਼ਾਹ ਕਹਿੰਦੇ ਗੁਰ ਪੂਜਕ, ਜਦੋਂ ਗੁਰੂ ਦੀ ਪੂਜਾ ਕਰਨੀ ਹੈ, ਭਾਵ ਬਾਲਕ ਦੇ ਕੰਨ ਦੇ ਵਿੱਚ ਗੁਰੂ ਮੰਤਰ ਦੇਣਾ ਹੈ। ਹੁਣ ਤੇ ਖੈਰ ਆਪਾਂ ਇਹ ਗੱਲਾਂ ਨੂੰ ਭੁੱਲ ਗਏ, ਪੁਰਾਣੇ ਸਾਡੇ ਬਜ਼ੁਰਗ ਨਾ ਜਦੋਂ ਬਾਲਕ ਦਾ ਜਨਮ ਹੋਣਾ, ਜਾਂ ਤੇ ਕਿਸੇ ਸਿਆਣੇ ਗ੍ਰੰਥੀ ਸਿੰਘ ਨੂੰ, ਕਿਸੇ ਨੇ ਆਪਣੀ ਮੱਤ ਅਨੁਸਾਰ ਬ੍ਰਾਹਮਣ ਪੁਰੋਹਿਤ ਨੂੰ ਬੁਲਾਉਣਾ ਘਰ ਦੇ ਵਿੱਚ, ਜਾਂ ਕਿਸੇ ਹੋਰ ਸੂਝਵਾਨ ਸਿਆਣੇ ਬੰਦੇ ਨੂੰ ਘਰ ਵਿੱਚ ਬਾਲਕ ਦੇ ਜਨਮ ਵੇਲੇ ਬੁਲਾਉਣਾ, ਤੇ ਉਹਦੇ ਕੰਨ ਦੇ ਵਿੱਚ ਫਿਰ ਕੋਈ ਰੱਬ ਦਾ ਨਾਮ ਲੈਂਦੇ ਸੀ ਸਾਰਿਆਂ ਤੋਂ ਪਹਿਲਾਂ, ਕਿ ਬਾਲਕ ਦੇ ਕੰਨ ਵਿੱਚ ਚੰਗੀ ਆਵਾਜ਼ ਪਵੇ ਸੰਸਾਰ ਵਿੱਚ ਆਉਣ ਸਮੇਂ। ਗੁਰੂ ਕੇ ਸਿੱਖ ਮੂਲ ਮੰਤਰ ਸੁਣਾ ਦਿੰਦੇ ਸੀ, ਕੋਈ ਵਾਹਿਗੁਰੂ ਵਾਹਿਗੁਰੂ ਕਹਿ ਦਿੰਦਾ ਸੀ 5-7 ਵਾਰੀ, ਉਹਨੂੰ ਕਹਿੰਦੇ ਆ ਗੁਰ ਪੂਜਕ। ਫਿਰ ਗੁਰੂ ਕੇ ਸਿੱਖਾ ਗੁਰ ਪੂਜਕ ਜਿਹੜੀ ਰਸਮ ਹੈ, ਇਹ ਕਰਨ ਵੇਲੇ ਵੀ ਅਰਦਾਸ ਕਰ, ਉਸ ਤੋਂ ਬਾਅਦ ਉਹ ਬਾਲਕ ਦੇ ਕੰਨ ਦੇ ਵਿੱਚ ਰੱਬ ਦਾ ਨਾਮ ਸੁਣਾਵੀਂ। ਤੇ ਫਿਰ ਅਗਲੀ ਬੇਨਤੀ ਜਿਹੜੀ ਅਰਦਾਸ ਕਰਨੀ ਹੈ, ਸਿਸ ਸੀਨ, ਜਿਹੜੇ ਸ਼ਿਸ਼ੂ ਨੂੰ, ਬਾਲਕ ਨੂੰ ਸੀਨੇ ਦੇ ਨਾਲ ਲਾਉਣਾ। ਜਿਸ ਵੇਲੇ ਮਾਤਾ ਨੇ ਦੁੱਧ ਚੰਗਾਉਣ ਤੋਂ ਪਹਿਲਾਂ ਸਿਆਣੀਆਂ ਬੀਬੀਆਂ ਕਹਿੰਦੀਆਂ ਬੱਚੇ ਦੀ ਮਾਤਾ ਨੂੰ, ਉਸ ਬੀਬੀ ਨੂੰ ਜਿਹਨੇ ਬਾਲਕ ਨੂੰ ਜਨਮ ਦਿੱਤਾ, ਕਿ ਬੱਚੇ ਨੂੰ ਚੁੱਕ ਕੇ ਗੋਦ ਵਿੱਚ ਲੈ ਲਾ ਆਪਣੇ। ਜੇ ਦੁੱਧ ਹਾਲੇ ਨਹੀਂ ਉਤਰਿਆ, ਬਾਅਦ ਵਿੱਚ ਛਕਾ ਦੇ, ਇਹਨੂੰ ਸੀਨੇ ਨਾਲ ਲਾ ਲੈ। ਅਸਥਮ ਧਵਾਉਂਦੀਆਂ ਨੇ ਬੀਬੀਆਂ। ਤਾਂ ਗੁਰੂ ਪਿਆਰਿਓ, ਉਹਨੂੰ ਕਹਿੰਦੇ ਆ ਸਿਸ ਸੀਨ। ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੱਸ ਰਹੇ ਆ ਬਿਸ਼ੰਬਰ ਦਾਸ ਨੂੰ, ਕਹਿੰਦੇ ਭਾਈ ਸਿੱਖਾ, ਫਿਰ ਉਸ ਤੋਂ ਅਗਲੀ ਅਰਦਾਸ ਜਿਹੜੀ ਹੈ, ਇਸ ਵੇਲੇ ਸੀਨੇ ਨਾਲ ਬਾਲਕ ਨੂੰ ਲਾਉਣ ਵੇਲੇ, ਛਾਤੀ ਨਾਲ ਬਾਲਕ ਨੂੰ ਲਾਉਣ ਵੇਲੇ ਗੁਰੂ ਚਰਨਾਂ ਵਿੱਚ ਕਰੀ। ਸੋ ਭਾਈ ਅੱਜ ਆਪਾਂ ਇਹ ਸਿਰਫ 2 ਦੋਹਰਿਆਂ ਦੇ ਅਰਥ ਕੀਤੇ ਆ, ਸਮਾਂ ਇਹਨਾਂ ਦੇ ਉੱਤੇ ਹੀ ਕਾਫੀ ਲੱਗ ਗਿਆ, ਤੇ ਗੁਰੂ ਕਿਰਪਾ ਕਰੇ, ਕੋਈ ਗੱਲ ਨਹੀਂ, ਆਪਾਂ ਨੂੰ ਕਾਹਲੀ ਕੋਈ ਨਹੀਂ। ਹਰ ਇੱਕ ਗੱਲ ਸਮਝ ਕੇ, ਜਿਹੜੀ ਗੁਰੂ ਨੇ ਸਿੱਖਿਆ ਦਿੱਤੀ ਹੈ, ਉਹਨੂੰ ਸਮਝ ਕੇ ਹੀ ਅੱਗੇ ਚੱਲਣਾ ਗੁਰੂ ਕੇ ਸਿੱਖ ਦੇ ਵਾਸਤੇ ਯੋਗ ਹੈ। ਤੇ ਆਪਾਂ ਸਮਝ ਕੇ ਅੱਗੇ ਚੱਲਾਂਗੇ। ਤੇ ਆਓ ਹੁਣ ਆਪਾਂ ਇਹ 2 ਤੁਕਾਂ ਪੜ੍ਹ ਕੇ ਸਮਾਪਤੀ ਵਿੱਚ ਸ਼ਾਮਲ ਹੋਣਾ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਵੇਂ ਹੋਰ 101 ਅਰਦਾਸਾਂ ਇਹ ਸੰਪੂਰਨ ਦੱਸਣਗੇ, ਭਾਈ ਬਿਸ਼ੰਬਰ ਦਾਸ ਦੇ ਰਾਹੀਂ ਆਪਾਂ ਨੂੰ ਸਭਨਾਂ ਨੂੰ ਉਪਦੇਸ਼ ਦੇਣਗੇ, ਉਹ ਆਪਾਂ ਇੱਦਾਂ ਹੀ ਲੜੀਵਾਰ ਵਿਚਾਰਦੇ ਜਾਣਾ ਹੈ। ਸੋ ਆਓ ਹੁਣ ਆਪਾਂ ਸਮਾਪਤੀ ਦੇ ਵਿੱਚ ਸ਼ਾਮਲ ਹੋਈਏ ਜੀ। ਧਰਮਾ ਬੀਜ ਆਖੰਡ ਵਿਰਧ ਸਫਲ ਪੂਰ ਏ ਤੀਨਾ, ਕਸ਼ਟ ਹਰ ਬੇਲੀ ਫਲ ਗੁਰ ਪੂਜਕ ਸਿਸ ਸੀਨਾ। हे गोविंद हे गोपाल हे दयाल लाल, प्राणनाथ नाथ सके दीन दर्द निवार। हे समर्थ आगम पूरन मोहे मया तार, अंधकूप महापयान नानक पार उतार। वाहिगुरु जी का खालसा, वाहिगुरु जी की फतेह। तुम पहर दास